ਜੇ 31 ਜਥੇਬੰਦੀਆਂ ਦੀ ਸਾਨੂੰ ਲੋੜ ਹੈਗੀ ਆ ਤਾਂ ਜਰੂਰ ਮੇਰਾ ਵੀਰ ਕੋਈ ਕਮੈਂਟ ਕਰਿਓ, ਕਿਉਂਕਿ 31 ਜਥੇਬੰਦੀਆਂ ਦੇ 31 ਲੀਡਰ ਵੀ ਹੋਣਗੇ। ਗੱਲ ਨੂੰ ਸੋਚਿਓ, ਸਮਝਿਓ, ਗਾਲਮੰਦਾ ਕਰਨਾ ਹੋਊਗਾ ਜੀ ਸਦਕੇ ਕਰਿਓ, ਕੋਈ ਚੱਕਰ ਨਹੀਂ। ਬਟ ਇੰਨੀ ਕੁ ਗੱਲ ਦਾ ਜਰੂਰ ਜਵਾਬ ਦਿਓ ਕਿ ਕੀ ਸਾਨੂੰ 31 ਜਥੇਬੰਦੀਆਂ ਦੀ ਲੋੜ ਹੈਗੀ ਆ। ਲਓ ਜੀ, ਆਜੋ ਹੁਣ ਬਾਬਿਓ ਆਪਾਂ ਗੱਲ ਕਰਦੇ ਆ ਜਿਹੜੀ ਕਰਨ ਵਾਲੀ ਆ ਕਿ 31 ਜਥੇਬੰਦੀਆਂ ਦੀ, ਜਿਨ੍ਹਾਂ ਜਥੇਬੰਦੀਆਂ ਨੇ 1 ਤਰੀਕ ਨੂੰ ਆਪਣਾ ਮਤਲਬ ਵੀ ਕੀਤਾ ਵਾ ਰੇਲਵੇ ਦੇ, ਮਤਲਬ ਵੀ ਰੇਲਵੇ ਲਾਈਨਾਂ ਨੂੰ ਜਾਮ ਕਰਨ ਦਾ ਗੱਲ ਕੀਤੀ। ਬਟ ਮੈਂ ਇੱਥੇ ਇੰਨੀ ਕੁ ਗੱਲ ਆਪਣੇ ਭਰਾਵਾਂ ਨੂੰ ਪੁੱਛਣੀ ਚਾਹੁੰਦਾ ਬਾਬਿਓ ਕਿ 31 ਜਥੇਬੰਦੀਆਂ ਦੀ ਕੀ ਸਾਨੂੰ ਲੋੜ ਹੈਗੀ ਆ। ਜੇ 31 ਜਥੇਬੰਦੀਆਂ ਦੀ ਸਾਨੂੰ ਲੋੜ ਹੈਗੀ ਆ ਤਾਂ ਜਰੂਰ ਮੇਰਾ ਵੀਰ ਕੋਈ ਕਮੈਂਟ ਕਰਿਓ, ਕਿਉਂਕਿ 31 ਜਥੇਬੰਦੀਆਂ ਦੇ 31 ਲੀਡਰ ਵੀ ਹੋਣਗੇ। ਗੱਲ ਨੂੰ ਸੋਚਿਓ, ਸਮਝਿਓ, ਗਾਲਮੰਦਾ ਕਰਨਾ ਹੋਊਗਾ ਜੀ ਸਦਕੇ ਕਰਿਓ, ਕੋਈ ਚੱਕਰ ਨਹੀਂ। ਬਟ ਇੰਨੀ ਕੁ ਗੱਲ ਦਾ ਜਰੂਰ ਜਵਾਬ ਦਿਓ ਕਿ ਕੀ ਸਾਨੂੰ 31 ਜਥੇਬੰਦੀਆਂ ਦੀ ਲੋੜ ਹੈਗੀ ਆ। ਪਰਮਜੀਤ ਜੀ, ਮੈਂ 40 ਤੇ ਆ ਅੱਜ, ਤੇ 31 ਜਥੇਬੰਦੀਆਂ ਦੇ ਗਰੰਟਡ ਇੰਨੀ ਗੱਲ ਆ ਕਿ ਗਰੰਟੀ ਦੇ ਨਾਲ ਮੈਂ ਕਹਿੰਦਾ 31 ਜਥੇਬੰਦੀਆਂ ਦੇ ਵਿੱਚ ਘੱਟੋ ਘੱਟ ਵੀ ਜ਼ਿਆਦਾ ਨਹੀਂ ਤੇ 62 ਲੀਡਰ ਹੋਣਗੇ ਵਿੱਚ। 62 ਲੀਡਰਾਂ ਦਾ ਆਪਾਂ ਨੂੰ ਫਾਇਦਾ ਕੀ ਆ? ਮੈਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ ਵੀ ਇਹਦੇ ਵਿੱਚੋਂ, ਜਿੱਥੋਂ ਤੱਕ ਮੈਨੂੰ ਲੱਗਦਾ ਇਹਦੇ ਵਿੱਚੋਂ ਜ਼ਿਆਦਾ ਨਹੀਂ ਕੁਝ ਕਾਂਗਰਸ ਨਾਲ ਸੰਬੰਧਿਤ ਹੋਣਗੀਆਂ, ਕੁਝ ਜਿਹੜੀਆਂ ਮਤਲਬ ਵੀ ਹੋਣਗੀਆਂ ਸੰਬੰਧਿਤ ਕਾਂਗਰਸ ਨਾਲ, ਕੁਝ ਸ਼ਾਇਦ ਆਪ ਪਾਰਟੀ ਨਾਲ ਵੀ ਹੋਣ। ਬਟ ਜਿਹੜੀ ਕਿਸਾਨ ਜਥੇਬੰਦੀ ਦਾ ਜਿਹਦੇ ਨਾਲ ਕਿਸਾਨ ਲੱਗ ਗਿਆ, ਕਿਸਾਨ ਲੱਗ ਗਿਆ, ਕੀ ਉਹ ਜਥੇਬੰਦੀ ਨੂੰ ਕੋਈ ਹੋਰ ਜਥੇਬੰਦੀ ਬਣਾਉਣ ਦੀ ਲੋੜ ਆ? ਮੈਂ ਵਾਅਦੇ ਨਾਲ ਇੰਨੀ ਗੱਲ ਕਹਿ ਦਿੰਦਾ ਨਾ, 31 ਜਥੇਬੰਦੀਆਂ ਦੇ ਬੰਦਿਆਂ ਲੀਡਰਾਂ ਨੂੰ, ਜਾਂ ਜਿਹੜੇ ਬੰਦੇ ਇਹਨਾਂ ਨੇ ਲੀਡਰ ਬਣਾਏ ਉਹਨਾਂ ਲੀਡਰਾਂ ਨੂੰ 31 ਕਮਰਿਆਂ ਦੇ ਵਿੱਚ ਬਿਠਾ ਲਓ। ਉਹਨਾਂ ਦੀ ਸਿਰਫ ਇੱਕ ਗੱਲ ਮਿਲਦੀ ਹੋਊਗੀ ਕਿ ਅਸੀਂ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੇ ਆਂ। ਬਟ ਕਿਸਾਨਾਂ ਲਈ ਉਹਨਾਂ ਦੀ ਕੋਲੋਂ ਕੋਈ ਵਿਉਂਤਬੰਦੀ ਨਹੀਂ ਹੋਊਗੀ। ਕਿਸਾਨਾਂ ਦੇ ਲਈ ਉਹਨਾਂ ਦੇ ਕੋਲੋਂ ਭਵਿੱਖ ਦੇ ਵਿੱਚ ਇਸ ਫਸਲੀ ਚੱਕਰ ਦਾ ਤੋੜਨਾ ਹੋਊਗਾ। ਕਿਸਾਨਾਂ ਦੇ ਲਈ ਉਹਨਾਂ ਕੋਲ ਨਕਲੀ ਸਪਰੇਆਂ, ਨਕਲੀ ਦਵਾਈਆਂ ਦਾ ਕੋਈ ਜਿਹੜਾ ਵਾ ਉਹ ਕੋਈ ਤੋੜ ਨਹੀਂ ਹੋਊਗਾ। ਅਗਲੀ ਰਣਨੀਤੀ ਕੋਈ ਨਹੀਂ ਹੋਊਗੀ। ਕਿਸਾਨ ਦੇ ਕਰਜ਼ਿਆਂ ਦੇ ਬਾਰੇ ਜੇ ਕੋਈ ਇਦਾਂ ਦੀ ਵਿਉਂਤਬੰਦੀ ਨਾ ਹੋਊਗੀ ਵੀ ਭਵਿੱਖ ਦੇ ਵਿੱਚ ਜਿਹੜੇ ਕਿਸਾਨ ਆ ਉਹ ਥੋੜੇ ਜਿਹੇ ਸੁਰਖਰੂ ਹੋ ਸਕਣ। ਕਿਸਾਨਾਂ ਨੂੰ ਸਮਝਾਉਣ ਲਈ, ਕਿਸਾਨਾਂ ਨੂੰ ਕੋਈ ਨਵੀਂ ਦਿਸ਼ਾ ਦੇਣ ਲਈ ਮੇਰੇ ਹਿਸਾਬ ਨਾਲ ਉਹਨਾਂ ਦੇ ਕੋਲੋਂ ਨਾ ਕੋਈ ਵਿਉਂਤਬੰਦੀ ਹੋਵੇਗੀ ਤੇ ਨਾ ਕੋਈ ਉਹਨਾਂ ਦੇ ਕੋਲੋਂ ਜਿਹੜਾ ਵਾ ਉਹ ਇਦਾਂ ਦਾ ਕੋਈ ਸਿਸਟਮ ਹੋਊਗਾ। ਨਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸਾਨਾਂ ਲਈ ਕੋਈ ਇਦਾਂ ਦਾ ਕੰਮ ਕਰ ਸਕਦੇ ਹੋਣਗੇ ਵੀ ਜਿਹਦੇ ਕਰਕੇ 31 ਜਥੇਬੰਦੀਆਂ ਦੀ ਲੋੜ ਹੋਵੇ ਸਾਨੂੰ। ਜਦੋਂ ਕਿਸਾਨ ਲੱਗ ਗਿਆ ਉਦੋਂ ਤੇ ਜਥੇਬੰਦੀਆਂ ਹੀ ਖਤਮ ਹੋ ਜਾਂਦੀਆਂ ਨਾ, ਉਦੋਂ ਤੇ ਗੱਲ ਖਤਮ ਹੋ ਜਾਂਦੀ। ਉਦੋਂ ਬਾਕੀ ਜਥੇਬੰਦੀਆਂ 2 4 5 6 ਜਥੇਬੰਦੀਆਂ ਤੱਕ ਦੀ ਵੀ ਲੋੜ ਨਹੀਂ ਹੈਗੀ। ਜਦੋਂ ਅਸੀਂ ਕਿਸਾਨ ਬਣ ਕੇ ਇੱਕ ਜਥੇਬੰਦੀ ਦੇ ਹੇਠ ਨਹੀਂ ਇਕੱਠੇ ਹੋ ਸਕਦੇ, ਜਦੋਂ ਪਿੰਡ ਦੇ ਵਿੱਚੋਂ ਇੱਕ ਬੰਦਾ ਤੁਰਦਾ। ਨਹੀਂ ਬਾਬਾ ਜੀ, ਵਿਦਵਾਨ ਨਹੀਂ ਬਣਦਾ ਮੈਂ, ਜੇ ਤੇ ਗੱਲ ਗਲਤ ਲੱਗਦੀ ਬਾਬਾ ਤੈਨੂੰ ਤੇ ਤੂੰ ਦੱਸ ਦੇ ਬਈ ਵੀ ਮੈਂ ਗਲਤ ਗੱਲ ਕਰਨ ਡਿਆ। ਤੇ ਬਾਕੀ ਵਿਦਵਾਨ ਬਣਨ ਦੀ ਗੱਲ ਆ ਤੇ ਬਾਈ ਜੀ ਤੁਸੀਂ ਅਨਫਾਲੋ ਕਰਕੇ ਜਾ ਸਕਦੇ ਹੋ। ਜੇ ਕਿਸੇ ਨੂੰ ਗੱਲ ਚੰਗੀ ਲੱਗਦੀ ਹੈ ਤੇ ਕੋਈ ਸੁਣ ਲੇ, ਜੇ ਕਿਸੇ ਨੂੰ ਨਹੀਂ ਚੰਗੀ ਲੱਗਦੀ ਤੇ ਵੀਰ ਮੇਰਾ ਨਾ ਸੁਣੇ। ਮੈਂ ਬਾਹੋਂ ਫੜ ਕੇ ਤੁਹਾਨੂੰ ਲਿਆਉਣਾ ਨਹੀਂ। ਤੇ ਜੇ ਤੂੰ ਕਵੇਂ ਵੀ ਮੈਂ ਗੱਲ ਕਿਉਂ ਕਰਨ ਡਿਆ ਮੈਂ 31 ਜਥੇਬੰਦੀਆਂ ਜੀ ਵਿਦਵਾਨ ਦੀ ਗੱਲ ਵਾ, ਤੇ ਫਿਰ ਬਾਬਾ ਜੇ ਮੈਂ ਕੋਈ ਗਲਤ ਗੱਲ ਕਰੂੰਗਾ ਤੇ ਮੈਨੂੰ ਤੁਸੀਂ ਦੱਸ ਦਿਓ। ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਇੱਕ ਪਿੰਡ ਦੇ ਵਿੱਚੋਂ 2 ਕਿਸਾਨ ਤੁਰ ਪਏ, ਜਦੋਂ 2 ਬੰਦੇ ਤੁਰ ਪਏ, ਇੱਕ ਬੰਦੇ ਨੇ ਕਿਹਾ ਵੀ ਚੱਲ ਆ ਚੱਲੀਏ, ਮੈਂ ਮੰਨ ਲਓ ਮੇਰਾ ਦੋਸਤ ਵਾ, ਕੋਈ ਮੇਰਾ ਦੋਸਤ ਲਾ ਲਓ, ਕੋਈ ਵੀ ਨਾਂ ਲਾ ਲਓ ਉਹਦਾ, ਮੈਂ ਉਹਨੂੰ ਕਹਿਣਾ ਵੀ ਬਾਈ ਚੱਲ ਆ ਚੱਲੀਏ, ਆਪਾਂ ਅੱਜ ਧਰਨੇ ਤੇ ਜਾਣਾ। ਤੇ ਉਹ ਜੇ ਬੰਦਾ ਇੰਨੀ ਗੱਲ ਅੱਗਿਓਂ ਕਹਦੇ ਨਹੀਂ ਯਾਰ ਮੈਂ ਫਲਾਨੀ ਜਥੇਬੰਦੀ ਨਾਲ ਜਾਣਾ, ਮੈਂ ਤੇਰੇ ਨਾਲ ਨਹੀਂ ਜਾ ਸਕਦਾ, ਇੱਥੇ ਗੱਲ ਜਥੇਬੰਦੀਆਂ ਦੀ ਆ ਜਾਂਦੀ ਹੈ, ਕਿਸਾਨੀ ਦੀ ਨਹੀਂ ਰਹਿ ਜਾਂਦੀ। ਠੀਕ ਹੈ ਨਾ? ਤੇ
ਬਾਕੀ ਗੱਲਬਾਤ ਇਦਾਂ ਵਾ ਵੀਰਿਓ ਵੀ ਰਾਸ਼ਟਰਪਤੀ ਨੇ ਜਿਹੜੇ ਕਰ ਦਿੱਤੇ ਸਾਈਨ, ਉਹਦੇ ਬਾਰੇ ਜਿੰਨੀ ਕੁ ਗੱਲਬਾਤ ਮੈਂ ਸੁਣੀ ਆ, ਤੇ ਬਈ ਜੀ ਅਕਾਲੀ ਦਲ ਦਾ ਨਾਮ ਵੀ ਲਿਆ ਵਾ। ਕਿਉਂ? ਮਤਲਬ ਵੀ ਤੁਸੀਂ ਯਾਰ ਸੁਣਦੇ ਨਹੀਂ ਹੁੰਦੇ। ਮੈਂ ਤੁਹਾਨੂੰ ਆਖਿਆ ਵੀ ਕਿੰਨੀਆਂ ਜਥੇਬੰਦੀਆਂ ਅਕਾਲੀਆਂ ਨਾਲ ਸੰਬੰਧਿਤ ਹੋਣਗੀਆਂ, ਕਿੰਨੀਆਂ ਜਥੇਬੰਦੀਆਂ ਕਾਂਗਰਸ ਨਾਲ ਸੰਬੰਧਿਤ ਹੋਣਗੀਆਂ। ਮੈਂ ਸਾਰਿਆਂ ਦਾ ਨਾਂ ਲਿਆ ਯਾਰ, ਮੇਰੇ ਰਿਸ਼ਤੇਦਾਰ ਨਹੀਂ ਕੋਈ ਵੀ। ਦੂਜੀ ਗੱਲਬਾਤ ਜਿਹੜੀ ਬਾਬਾ ਜੀ ਆਪਾਂ ਕੱਲ ਗੱਲਬਾਤ ਸੁਣੀ, ਉਹਦੇ ਵਿੱਚ ਸ਼ਾਇਦ ਕੁਝ ਵੀਰਾਂ ਨਾ ਸੁਣੀ ਹੋ, ਬਟ ਉਹਦੇ ਵਿੱਚ ਇੱਕ ਆਰਡੀਨੈਂਸ ਦੇ ਵਿੱਚ ਇਹ ਵੀ ਗੱਲਬਾਤ ਹੈਗੀ ਵੀ ਜਿੰਨੀ ਰਿਕੁਆਇਰਮੈਂਟ ਕੰਪਨੀ ਦੀ ਲੈ ਲੈਂਦੀ ਹੈ, ਰਿਕੁਆਇਰਮੈਂਟ ਜ਼ਮੀਨ ਦੀ ਕਿਸਾਨ ਰਾਹੀਂ, ਉਹਦੇ ਰਾਹੀਂ, ਸਰਕਾਰ ਰਾਹੀਂ, ਤਾਂ ਉਹਦੇ ਵਿੱਚ ਇਦਾਂ ਹੋ ਜਾਂਦਾ ਵਾ ਕਿ ਉਹਨੂੰ ਫਸਲ ਉਨੀ ਰਿਕੁਆਇਰਮੈਂਟ ਦੀ ਜ਼ਮੀਨ ਦੇ ਵਿੱਚ ਉਹ ਫਸਲ ਆਪਣੀ ਮਰਜ਼ੀ ਨਾਲ ਬਜਾਊਗਾ, ਫਸਲ ਦਾ ਰੇਟ ਆਪਣੀ ਮਰਜ਼ੀ ਨਾਲ ਦਊਗਾ। ਫਿਰ ਗੱਲਬਾਤ ਇਦਾਂ ਵਾ ਵੀ ਉਹ ਜਦੋਂ ਚਾਹੇ ਉਸ ਜ਼ਮੀਨ ਜਿੰਨੀ ਰਿਕੁਆਇਰਮੈਂਟ, ਉਹਦੀ ਰਿਕੁਆਇਰਮੈਂਟ ਦੇ ਵਿੱਚ ਆਉਣ ਡਈ ਜ਼ਮੀਨ, ਉਹ ਜ਼ਮੀਨ ਦੇ ਉੱਤੇ ਕਰਜ਼ਾ ਲੈ ਸਕਦਾ। ਜੇ ਉਹ ਕਰਜ਼ਾ ਲੈ ਲੈਂਦਾ ਵਾ ਤੇ ਕੱਲ ਨੂੰ ਕੰਪਨੀ ਹੱਥ ਝਾੜ ਕੇ ਝੱਗਾ ਚੁੱਕ ਕੇ ਤੁਰ ਜਾਂਦੀ ਆ, ਉਹ ਕਰਜ਼ਾ ਜਿਹੜਾ ਵਾ ਉਹ ਕਿਸਾਨ ਦੇ ਸਿਰ ਪੈ ਜਾਣਾ। ਪੈਸਾ ਕਿੰਨੇ ਲਿਆ? ਕੰਪਨੀ ਨੇ ਲਿਆ। ਫਸਲ ਕਿੰਨੇ ਬਜਾਈ? ਕੰਪਨੀ ਨੇ ਬਜਾਈ। ਕੁਝ ਵੀ ਕਰਕੇ ਜਿਹੜੀ ਗੱਲਬਾਤ ਆ ਉਹ ਕੰਪਨੀ ਦੇ, ਸਾਰਾ ਕੁਝ ਹੀ ਕੰਪਨੀ ਦੇ ਹੱਥ ਵੱਸ ਆ। ਤੁਸੀਂ ਲੈਣਾ ਵੀ ਕੱਖ ਨਹੀਂ, ਤੁਹਾਡੀ ਫਸਲ ਵੀ ਉਹਨਾਂ ਦੀ ਮਰਜ਼ੀ ਨਾਲ ਬੀਜੀ ਜਾਣੀ ਆ, ਤੁਹਾਡੀ ਫਸਲ ਦਾ ਰੇਟ ਵੀ ਉਸ ਮਰਜ਼ੀ ਨਾਲ ਮਤਲਬ ਵੀ ਲੱਗਣਾ ਵਾ, ਮਰਜ਼ੀ ਨਾਲ ਹੀ ਲੱਗਣਾ ਵਾ। ਤੇ ਜਿੱਦਣ ਉਹਨੇ ਤੁਹਾਡੀਆਂ ਫਸਲਾਂ, ਤੁਹਾਡੀ ਖੇਤੀ ਤੇ, ਤੁਹਾਡੀ ਮਤਲਬ ਵੀ ਜ਼ਮੀਨ ਦੇ ਉੱਤੇ ਕਰਜ਼ਾ ਚੁੱਕ ਲਿਆ, ਤੇ ਉਹ ਕਰਜ਼ਾ ਵੀ ਤੁਹਾਨੂੰ ਹੀ ਤਾਰਨਾ ਪੈਣਾ ਜੇ ਉਹ ਭੱਜ ਗਏ। ਠੀਕ ਆ ਨਾ? ਤੇ ਇਸ ਕਰਕੇ ਇਹ ਕੱਤੀਆਂ ਦੇ ਗੇੜ ਚੋਂ ਨਿਕਲ ਜਾਓ ਵੀਰ ਮੇਰੇ, ਕੱਤੀਆਂ ਦੇ ਗੇੜ ਦੇ ਵਿੱਚੋਂ ਨਿਕਲ ਜਾਓ ਤੇ ਇੱਕ ਦੇ ਗੇੜ ਚ ਆ ਜਾਓ ਜੇ ਬਚਣਾ ਤੇ। ਅਸੀਂ ਤੇ ਵੀਰੇ ਰੌਲਾ ਪਾ ਸਕਦੇ ਆ, ਬਸ ਹੁਣ ਇੱਥੇ ਆਣ ਕੇ ਖੜ ਨਹੀਂ ਸਕਦੇ ਤੁਹਾਡੇ ਨਾਲ, ਕਿਉਂਕਿ ਸਾਡੀਆਂ ਵੀ ਕੁਝ ਮਜਬੂਰੀਆਂ। ਠੀਕ ਆ ਨਾ ਜੀ? ਤੇ ਗੱਲਬਾਤ 1 ਮਿੰਟ ਦਿਓ ਬਾਬਿਓ ਬਸ, ਕਿਉਂਕਿ ਮੇਰਾ ਟਰੱਕ ਦਾ ਵੀ ਮੈਂ ਕਰਨਾ ਗਰਮੀ ਨੂੰ ਮੜਾ ਜਾ। ਤੇ ਗੱਲਬਾਤ ਇਦਾਂ ਵਾ ਵੀ ਜਿੰਨਾ ਚਿਰ ਅਸੀਂ ਕੱਤੀਆਂ ਤੋਂ ਇੱਕ ਨਹੀਂ ਹੁੰਦੇ, ਉਹਨਾਂ ਚਿਰ ਆਪਾਂ ਛਿੱਤਰ ਹੀ ਖਾਣੇ ਆ। ਤੇ ਰਾਸ਼ਟਰਪਤੀ ਨੇ ਮਿੱਤਰੋ ਕਰ ਦਿੱਤੇ ਸਾਈਨ, ਤੇ ਲੜਾਈ ਚੱਲਣੀ ਆ ਲੰਮੀ, ਤੇ ਇਹਨੂੰ ਲੜਨਾ ਪੈਣਾ। ਬਾਬਾ ਜੀ ਫੌਰਨ ਦੀ ਖੇਤੀ ਦਾ ਤੇ ਛੱਡ ਦੋ ਤੁਸੀਂ ਗੱਲਬਾਤ। ਫੌਰਨ ਦੀ ਖੇਤੀ ਦੇ ਵਿੱਚ ਤੇ ਫਸਲ ਬੀਜਣ ਤੋਂ ਪਹਿਲਾਂ ਹੀ ਮਤਲਬ ਵੀ ਜਿਹੜੇ ਆ ਬੋਨਸ ਮਿਲੇ ਹੁੰਦੇ ਇਹਨਾਂ ਨੂੰ, ਅਗਲਿਆਂ ਹੈਲੀਕਾਪਟਰ ਰੱਖੇ ਆ। ਇੱਥੇ ਬਾਬਾ ਜੀ ਇਦਾਂ ਦੀ ਇੱਕ ਸਟੇਟ ਵੀ ਹੈਗੀ ਆ ਮੋਂਟਾਨਾ, ਜਿੱਥੇ ਮਤਲਬ ਵੀ ਤੁਹਾਨੂੰ ਸਰਕਾਰ ਇੰਨੀ ਗੱਲ ਕਹਿੰਦੀ ਆ ਵੀ ਸਾਡੇ ਕੋਲ ਆਓ, ਫ੍ਰੀ ਜ਼ਮੀਨ ਲਓ ਤੇ ਕਰਜ਼ਾ ਵੀ ਦੇਵਾਂਗੇ, ਤੇ ਜ਼ਮੀਨ ਦੇ ਉੱਤੇ ਕੁਝ ਨਾ ਕੁਝ ਸੁੱਟੋ ਅੰਨ ਦਾ ਦਾਣਾ ਕੋਈ। ਇੱਥੇ ਦੇ ਸਿਸਟਮ ਨਾਲ ਨਹੀਂ ਬਾਬਾ ਜੀ ਕਦੀ ਰਲਿਆ ਜਾ ਸਕਦਾ। ਦੂਜੀ ਗੱਲਬਾਤ ਬਾਬਿਓ, ਆਪਾਂ ਹੁਣ ਉਹਨਾਂ ਵੀਰਾਂ ਲਈ ਜਿਹੜੇ ਉਹਨਾਂ 31 ਜਥੇਬੰਦੀਆਂ ਨਾਲ ਜੁੜੇ ਆ, ਹੱਥ ਜੋੜ ਕੇ ਬੇਨਤੀ ਆ, ਬਾਹਰ ਆ ਜਾਓ ਇਹਨਾਂ ਚੱਕਰਾਂ ਦੇ ਵਿੱਚੋਂ। ਇਹਨਾਂ ਚੱਕਰਾਂ ਦੇ ਵਿੱਚੋਂ ਜੇ ਬਾਹਰ ਆ ਜਾਓਗੇ ਨਾ ਤੇ ਆਪਣਾ ਆਪ ਬਚਾ ਲੋਗੇ, ਤੇ ਨਹੀਂ ਤੇ ਫਿਰ ਸਾਡੇ ਹਿੱਸੇ ਜਿਹੜੀਆਂ ਚੀਜ਼ਾਂ 3-4 ਆਈਆਂ ਉਹ ਤੇ ਆਈਆਂ ਹੀ ਆਈਆਂ ਵਾ। ਬਾਕੀ ਕੁਝ ਵੀਰ ਮੇਰੇ ਕਹਿ ਦਿੰਦੇ ਕਿ ਤੁਸੀਂ ਮਤਲਬ ਬਾਹਰ ਬੈਠੇ ਬੋਲਦੇ ਹੋ, ਤੇ ਵੀਰਿਓ ਜੇ ਬਾਹਰ ਆਏ ਆ ਨਾ ਤੇ ਬਾਹਰ ਬਸ ਤੁਹਾਡੇ ਵਾਲੇ ਦੁੱਖਾਂ ਨਾਲ ਹੀ ਆਏ ਆ। ਕਿਸੇ ਵੀ ਬੰਦੇ ਦਾ ਇੰਨਾ ਜੀ ਨਹੀਂ ਕਰਦਾ ਵੀ ਉਹਨੂੰ 4 ਦੁੱਪੜਾਂ ਚੰਗੀਆਂ ਮਿਲਦੀਆਂ ਹੋਣਾ ਤੇ ਉਹ ਬੰਦਾ ਬਾਹਰ ਨੂੰ ਭੱਜੇ। ਪਹਿਲਾਂ ਇੱਕ ਵਾਰੀ ਬਾਹਰ ਛੱਡ ਕੇ ਆਏ ਹਾਂ ਵੀਰ, ਦੁਖੀ ਹੋ ਕੇ ਉੱਥੋਂ ਆਏ ਹਾਂ, ਤੇ ਦੁਖੀ ਇੰਨਾ ਹੋ ਕੇ ਆਏ ਹਾਂ ਵੀ ਛੱਡ ਗੱਲ ਦੋ, ਵੀ ਇੰਨੀ ਜਾਨ ਉੱਥੇ ਵੀ ਤੰਗ ਹੋ ਗਈ ਇੱਕ ਨਹੀਂ ਵੀ ਮਤਲਬ ਵੀ 1 ਘੰਟਾ ਵੀ ਕੱਢਣਾ ਔਖਾ ਹੋ ਗਿਆ। ਤੇ ਜਿੱਦਣ ਬਾਹਰੋਂ ਆਏ ਹਾਂ ਤੇ 1 ਮਹੀਨਾ ਪਹਿਲਾਂ ਕੰਮ ਛੱਡਿਆ ਸੀ, ਗੰਢੇ ਪੁੱਟਦੇ ਹਾਂ ਤੇ ਹੱਥਾਂ ਦੇ ਵਿੱਚੋਂ ਮੁਸ਼ਕ ਨਹੀਂ ਜਾਂਦੀ ਗੰਢਿਆਂ ਦੀ, ਤੇ 1 ਮਹੀਨਾ ਕੰਮ ਛੱਡ ਕੇ ਤੇ ਫੇਰ ਆਏ ਹਾਂ। ਬਟ ਆਣ ਕੇ ਕੀ ਵੇਖਿਆ ਕਿ ਹਾਲਾਤ ਤੇ ਇੱਥੇ ਪਹਿਲਾਂ ਨਾਲੋਂ ਵੀ ਬਦਤਰ ਹੋ ਗਏ ਆ। ਤੇ ਜਿਹੜੇ ਮੇਰੇ ਵੀਰ ਪੰਜਾਬ ਰਹਿੰਦੇ ਆ, ਤੁਹਾਨੂੰ ਵੀ ਪਤਾ ਵਾ ਵੀ ਪੰਜਾਬ ਦੇ ਹਾਲਾਤ ਕੀ ਆ ਯਾਰ। ਰੁਜ਼ਗਾਰ ਸਾਡੇ ਕੋਲ ਹੈ ਨੀ ਗਾ, ਖਾਣ ਨੂੰ ਸਾਡੇ ਕੋਲ ਨਹੀਂ ਬਚਣਾ ਗਾ ਜੇ ਇਹੋ ਹਿਸਾਬ ਕਿਤਾਬ ਰਹਿ ਗਿਆ ਅੱਗੇ। ਤੇ ਹਰੇਕ ਤੀਜੇ ਪਿੰਡ ਦੇ ਵਿੱਚ ਇੱਕ ਬੰਦਾ ਯਾਰ ਮਰੀਜ਼ ਖੁਣੋਂ ਮਰੀਜ਼ ਪਿਆ ਵਾ ਮੰਜੇ ਦੇ ਉੱਤੇ, ਇਲਾਜ ਖੁਣੋਂ ਮਰਨ ਡਿਆ ਵਾ। ਫਿਰ ਬਾਬਿਓ ਤੁਸੀਂ ਇਹ ਗੱਲ ਨਾ ਮੇਣਾ ਮਾਰਿਆ ਕਰੋ ਵੀਰੇ ਪੰਜਾਬ ਆ ਜਾਓ, ਪੰਜਾਬ ਆ ਜਾਓ। ਭਾਈ ਜਿੰਨੀ ਜਮਾ ਪੂੰਜੀ ਸੀ ਨਾ, ਮੈਂ ਤੁਹਾਨੂੰ ਇਹ ਕਹਿੰਦਾ ਹਰਾਮ ਦਾ ਪੈਸਾ ਨਹੀਂ ਇਕੱਠਾ ਕੀਤਾ। ਮੈਂ
22 ਟਨ ਆਲੂ ਨਗਾਏ ਆ ਮੋਢਿਆਂ ਤੋਂ ਦੀ, ਆਪਣੇ ਤੋਂ ਦੀ। ਅੱਜ ਵੀ ਕੋਈ ਬੰਦਾ ਗਰੀਸ ਰਹਿੰਦਾ ਹੋਊਗਾ ਥੀਵੇ ਏਰੀਏ ਦੇ ਵਿੱਚ ਤੇ ਉੱਥੇ ਜਾ ਕੇ ਕਿਸੇ ਨੂੰ ਆਰਮੇ ਦੇ ਵਿੱਚ, ਪਿੰਡ ਦੇ ਆਰਮਾਵਾਂ ਆਰਮੇ ਦੇ ਵਿੱਚ ਪਤਾ ਕਰ ਲਿਓ ਵੀ ਬੌਬ ਰਹਿੰਦਾ ਹੁੰਦਾ ਸੀ ਇੱਥੇ ਤੇ ਕੰਮ ਕਿੱਦਾਂ ਕਰਦੇ ਹੁੰਦੇ ਸੀ ਉਹ। 22 ਟਨ ਆਲੂ ਗੰਢੇ ਨਗਾਏ ਆ ਮੋਢਿਆਂ ਤੋਂ। ਤਾਂ ਬੜੀ ਕਮਾਈ ਔਖੀ ਇਕੱਠੀ ਕਰਕੇ ਤੇ ਵੀਰੇ ਆਪਾਂ ਜਿੰਨੀ ਜਮਾ ਪੂੰਜੀ ਸੀ ਸਾਰੀ ਲਾ ਕੇ ਇਹਨੂੰ ਆਏ ਆ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਬਾਬਿਓ, ਯਾਰ ਦੋਸਤ ਅਜੇ ਖੜ ਜਾਂਦਾ ਜੇ, ਪਰ ਜਿਹੜਾ ਰਿਸ਼ਤੇਦਾਰ ਹੁੰਦਾ ਨਾ ਉਹ ਵਿਆਜੀ ਪੈਸੇ ਦੇ ਕੇ ਤੇ ਫੇਰ ਮਦਦ ਕਰਦਾ ਜੇ, ਉਦਾਂ ਮਦਦ ਨਹੀਂ ਜੇ ਕਰਦਾ ਕਿਸੇ ਦੀ। ਜਿਹੜੇ ਆਪਣੇ ਹੁੰਦੇ ਆ ਨਾ ਉਹ ਵਿਆਜੀ ਪੈਸੇ ਦੇ ਕੇ ਨਾ ਫੇਰ ਮਦਦ ਕਰਦੇ ਜੇ, ਯਾਰ ਦੋਸਤ ਖੜ ਜਾਂਦੇ ਆ। ਠੀਕ ਆ ਨਾ ਜੀ। ਇਹ ਕਰਕੇ ਇਹ ਮੇਣਾ ਨਾ ਵੀਰ ਮੇਰੇ ਮਾਰਿਆ ਕਰੋ। ਤੇ ਜੇ ਆਪਾਂ ਇੱਥੇ ਆਏ ਆ ਤੇ ਆਪਾਂ, ਮੈਂ ਇਹ ਗੱਲ ਕਹਿਣਾ ਵਾ ਵੀ ਮੈਂ ਸਾਰਿਆਂ ਦੀ ਮਦਦ ਨਹੀਂ ਕਰ ਸਕਦਾ, ਬਟ ਜਿੰਨੀ ਕੁ ਮੈਂ ਕਰ ਸਕਦਾ ਉਨੀ ਕੁ ਮੈਂ ਜ਼ਰੂਰ ਕਰਨ ਡਿਆ, ਸਪੈਸ਼ਲੀ ਆਪਣੇ ਪਿੰਡ ਲਈ ਵੀ ਕਰਨ ਡਏ ਆ। ਠੀਕ ਹੈ ਨਾ। ਤੇ ਇਸ ਕਰਕੇ ਜਿਹੜਾ ਵਾ ਇਹ ਜਿਹੜੀ ਕੋਈ ਗੱਲਬਾਤ ਅਸੀਂ ਕਰਦੇ ਆ ਨਾ, ਇਹ ਵਿਦਵਾਨ ਨਹੀਂ ਬਣਨ ਦੀ ਗੱਲ ਹੈਗੀ। ਦੁੱਖ ਲੱਗਦਾ ਯਾਰ ਸਾਨੂੰ ਵੀ, ਤੁਸੀਂ ਸਾਡੇ ਭਰਾ ਹੋ। ਬਸ ਇਹੋ ਗੱਲ ਕਹਿੰਦੇ ਆ ਕਿ ਇਹ ਜਿਹੜਾ ਮਸਲਾ ਵਾ ਹੁਣ ਇਹਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੀ ਤੁਰਨਾ ਪੈਣਾ ਵਾ। ਇੱਕ ਤੇ ਆਪਣੀ ਸਿਆਸਤ ਦੇ ਵਿੱਚੋਂ ਧਾਰਮਿਕ ਜਿਹੜੇ ਲੀਡਰ ਉਹਨਾਂ ਦੀਆਂ ਗੱਲਾਂ ਚੋਂ ਬਾਹਰ ਆਉਣਾ ਪੈਣਾ ਤੁਹਾਨੂੰ। ਬੰਦਾ ਉਹ ਅੱਗੇ ਲਾਓ। ਅਸੀਂ ਇਹ ਨਹੀਂ ਆਂਦੇ ਤੁਸੀਂ ਕਾਂਗਰਸੀ ਲਾਓ, ਤੁਸੀਂ ਅਕਾਲੀ ਲਾਓ, ਤੁਸੀਂ ਆਪ ਵਾਲਾ ਲਾਓ। ਅਸੀਂ ਇਹ ਗੱਲ ਆਨੇ ਬੰਦਾ ਇਮਾਨਦਾਰ ਅੱਗੇ ਲਾਓ। ਹਾਂਜੀ ਆਰਮੇ ਰਹੇ ਆ ਜੀ, ਮੈਂ ਆਰਮੇ 8 ਸਾਲ ਦੇ ਆ ਕਰੀਬ। ਤੇ ਉੱਥੇ ਕਿਸੇ ਨੂੰ ਵੀ ਪੁੱਛ ਲਿਓ, ਸਤੀਰੀ ਮਾਲਕ ਹੈਗਾ, ਬਘੇਲੀ ਹੈਗਾ ਵਾ, ਤਾਸ਼ੂ ਹੈਗਾ ਵਾ, ਕੋਸਤਾ ਹੈਗਾ ਵਾ, 7-8 ਮਾਲਕਾਂ ਦੇ ਨਾਲ ਆਪਾਂ ਕੰਮ ਕਰਦੇ ਸੀ ਉੱਥੇ। ਤੇ ਬਾਕੀ ਮੈਂ ਤੁਹਾਨੂੰ ਸਿਰਫ ਇੰਨੀ ਕੁ ਗੱਲ ਕਹਿਣੀ ਚਾਹੁੰਦਾ, ਦੁੱਖ ਲੱਗਦਾ ਵੀਡੀਓ। ਠੀਕ ਹੈ ਜੀ। ਕੁਝ ਗੱਲਾਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਵਿੱਚ ਕਰ ਦਈਦੀਆਂ, ਬਟ ਦੁੱਖ ਲੱਗਦਾ ਆਪਾਂ ਨੂੰ। ਮੇਰੀ ਸਾਰੀ ਫੈਮਿਲੀ, ਮੇਰੇ ਚਾਚੇ ਤਾਇਆਂ ਦੇ ਮੇਰੇ ਭਰਾ ਜਿਹੜੇ ਸਾਰੇ ਕਿਸਾਨ ਆ ਯਾਰ, ਸਾਰੇ ਕਿਸਾਨ ਵੀ ਕੋਈ ਵੱਡੇ ਨਹੀਂ ਕਿ ਅਸੀਂ 5-5 6-6 ਏਕੜ ਵਾਲੇ ਕਿਸਾਨ ਆ। ਤੇ ਇਹ ਤੋਂ ਵੱਧ ਜ਼ਮੀਨ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਮੇਰੇ ਹਿਸਾਬ ਨਾਲ ਨਹੀਂ ਕਿਸੇ ਕੋ ਹੈਗੀ। ਮੇਰੇ ਸਹੁਰੇ ਪਰਿਵਾਰ ਕੋ ਜ਼ਰੂਰ ਜ਼ਮੀਨ ਵੱਧ ਹੈਗੀ ਆ, ਬਟ ਫਿਰ ਵੀ ਉਹ ਵੀ ਇਸੇ ਲਪੇਟੇ 'ਚ ਆ ਹੀ ਜਾਣੇ ਇੱਕ ਦਿਨ। ਠੀਕ ਹੈ ਜੀ। ਇਸ ਤੋਂ ਬਚਣ ਲਈ ਆਪਾਂ ਨੂੰ ਇੱਕ ਹੋਣਾ ਪੈਣਾ ਵਾ, ਲੀਡਰ ਚੰਗੇ। ਜੇ ਲੀਡਰ ਨਹੀਂ ਆਗੂ ਲਿਆਓ, 31 ਜਥੇਬੰਦੀਆਂ ਨੂੰ ਇੱਕ ਕਰਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਇੱਕ ਜਥੇਬੰਦੀ ਲਿਆਓ। ਉਹ ਜਥੇਬੰਦੀ ਦੇ ਧਰਨੇ ਜਿਹੜੇ ਆ ਉਹ ਕਿਸੇ ਦਾ ਕਿਤੇ ਨਹੀਂ ਹੋਣਾ ਚਾਹੀਦਾ। ਆਪਾਂ ਇਕੱਠ ਦਿਖਾਉਣਾ, ਆਪਣੀ ਜਿਹੜੀ ਆ ਨਾ ਆਪਣੀ ਤਾਕਤ ਵਿਖਾਉਣੀ ਆ। ਆਪਾਂ ਖਿੰਡੇ ਨਹੀਂ ਵਿਖਾਉਣਾ ਉਹਨਾਂ ਨੂੰ ਕਿ 31 ਜਥੇਬੰਦੀਆਂ ਵਾ ਤੇ 31 ਜਥੇਬੰਦਿਆਂ ਦੀ 31 ਥਾਂ ਦੇ ਉੱਤੇ ਧਰਨਾ ਲੱਗਾ। ਉਹ 31 ਥਾਂ ਦੇ ਧਰਨੇ ਨਾਲੋਂ ਜੇ ਧਰਨਾ ਇੱਕ ਥਾਂ ਤੇ ਆ ਤੇ ਉੱਥੇ ਸਾਡੀ ਮੈਜੋਰਟੀ ਦਿਖੂਗੀ, ਉੱਥੇ ਸਾਡੀ ਏਕਤਾ ਦਿਖੂਗੀ, ਨਾ ਕਿ ਸਾਡਾ ਵਖਰੇਵਾ ਦਿਖੂਗਾ। ਜੇ ਬਹੁਤੀ ਗੱਲਬਾਤ ਆ ਤੇ ਮੈਂ ਗਰੰਟੀ ਨਾਲ ਕਹਿਣਾ ਵੀ ਇਹਨਾਂ 31 ਜਥੇਬੰਦੀਆਂ ਦੇ 31 ਲੀਡਰ ਨੂੰ ਲੈ ਕੇ 31 ਕਮਰਿਆਂ 'ਚ ਬਾੜ ਲਓ, ਉਹਨਾਂ ਦੇ ਵਿਚਾਰ ਸੁਣ ਲਓ। ਜੇ ਉਹਨਾਂ ਦੇ ਵਿਚਾਰ ਰਲ ਜਾਣ, ਜੇ ਉਹਨਾਂ ਦਾ ਵਿਚਾਰ ਇੱਕ ਹੋਵੇ, ਜੇ ਕੋਈ ਉਹਨਾਂ ਕੋਲ ਪਲੈਨਿੰਗ ਹੋਵੇ ਕਿਸਾਨੀ ਲਈ ਅਗਲੇ ਸਮੇਂ ਦੇ ਵਿੱਚ, ਤੇ ਤਾਂ ਗੱਲ ਕਰਿਓ। ਕੁਝ ਨਹੀਂ ਹੈਗਾ ਇਹਨਾਂ ਕੋਲੋਂ, ਸਿਰਫ ਜਥੇਬੰਦੀ ਦੇ ਨਾਂ ਦੇ ਉੱਤੇ ਇੱਕ ਸਿਆਸੀ ਲਾਹਾ ਲੈਣ ਦਾ ਜਿਹੜਾ ਵਾ ਉਹ ਮਤਲਬ ਵੀ ਇਹਨਾਂ ਦਾ ਪ੍ਰੋਪੋਗੰਡਾ ਹੈਗਾ ਵਾ, ਹੋਰ ਕੁਝ ਨਹੀਂ ਹੈਗਾ। ਠੀਕ ਆ ਜੀ। ਇੱਥੇ ਦੂਜੀ ਗੱਲ, ਕੁਝ ਵੀਰਾਂ ਨੇ ਆਪਣੇ ਨੇ ਦੀਪ ਸਿੰਘ ਬਾਰੇ ਗੱਲ ਕੀਤੀ ਸੀ। ਤਾਂ ਦੀਪ ਸਿੰਘ ਨੇ ਬਾਬੇ ਉਹ ਇੰਨੀ ਗੱਲ ਕੱਲ ਦੇ ਪ੍ਰੋਗਰਾਮ ਦੇ ਵਿੱਚ ਫਤਿਹ ਚੈਨਲ 5 ਦੇ ਉੱਤੇ ਕੀਤੀ ਸੀ ਕਿ RSS ਦੇ ਨਾਲ ਕੁਝ ਬੰਦਿਆਂ ਦਾ ਉਹਦਾ ਮਿਲਣ ਹੋਇਆ ਵਾ। ਉਹ ਬੰਦੇ ਨੇ ਗੱਲ ਲਕਾਈ ਨਹੀਂ ਗਈ। ਉਹ ਬੰਦੇ ਨੇ ਇੰਨੀ ਗੱਲ ਕੀਤੀ ਕਿ ਸਿੱਧੂ ਨੇ ਇੰਨੀ ਗੱਲ ਕੱਲ ਦੱਸੀ ਸੀ, ਮੈਨੂੰ ਵੀ ਫੋਨ ਦੇ ਉੱਤੇ ਦੱਸੀ, ਕਿ ਜਦੋਂ ਉਸਨੇ ਸਨੀ ਦਿਓਲ ਦੀ ਸਪੋਰਟ ਕੀਤੀ ਸੀ ਭਾਜਪਾ ਪਾਰਟੀ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ, ਜਿੱਥੇ ਗੁਰਦਾਸਪੁਰ ਮੇਰੇ ਹਿਸਾਬ ਨਾਲ ਸਾਡੇ ਇਲਾਕੇ ਚੋਂ ਲੜਿਆ ਉਹ, ਤੇ ਉੱਥੇ ਜੋ ਲੜਿਆ ਉੱਥੇ ਕੁਝ ਬੰਦਿਆਂ ਦੇ ਨਾਲ RSS ਦੇ ਕੁਝ ਬੰਦਿਆਂ ਦੇ ਨਾਲ ਉਹਦੀਆਂ 1-2 ਮੁਲਾਕਾਤਾਂ ਹੋਈਆਂ। ਉਹ ਤੁਹਾਨੂੰ ਪਤਾ ਵੀ ਜਿਹੜਾ ਭਾਜਪਾ ਦਾ ਬੰਦਾ ਹੋਇਆ ਉਹਦੀ RSS ਦੇ ਬੰਦਿਆਂ ਦੇ ਨਾਲ ਜਿਹੜੀ ਹੋਣੀ ਆ ਜਾਂ ਮੁਲਾਕਾਤ ਹੋਣੀ ਆ, ਜਿਹਨੇ ਮਤਲਬ ਵੀ ਭਾਜਪਾ ਵੱਲੋਂ ਇਲੈਕਸ਼ਨ ਲੜਨੀ ਆ, ਤਾਂ ਉਹਨੇ ਮਤਲਬ ਵੀ ਇਸੇ ਕਰਕੇ ਜਿਹੜਾ ਵਾ ਉਹ ਗੱਲਬਾਤ ਕੀਤੀ ਆ ਕਿ ਮੈਨੂੰ ਫੋਨ ਆਇਆ। ਹੋ ਸਕਦਾ ਵੀ ਉਦੋਂ ਜਦੋਂ ਟੱਚ 'ਚ ਆਉਣ ਦਾ ਕਰਕੇ ਉਹਦੇ ਹੋਰ ਵੀ ਪਰਸਨਲ ਨੰਬਰ ਹੋਣ
ਤੇ ਆਪਾਂ ਇੰਨੀ ਗੱਲ ਆ ਵੀ ਜੇ ਉਹ ਬੰਦੇ ਨੇ ਇੰਨੀ ਗੱਲ ਕੀਤੀ ਆ ਨਾ, ਉਹਨੇ ਬੰਦੇ ਨੇ ਖੁੱਲ ਕੇ ਇਹ ਗੱਲ ਨੂੰ ਮਤਲਬ ਵੀ ਐਲਾਨਿਆ ਵਾ ਕਿ ਹਾਂ ਵੀ ਮੈਂ RSS ਦੇ ਕੁਝ ਬੰਦਿਆਂ ਨਾਲ, ਉਹਨੇ RSS ਦੀ ਕਾਰਜਸ਼ੈਲੀ ਬਾਰੇ ਵੀ ਗੱਲਬਾਤ ਕੀਤੀ ਆ ਵੀ ਉਹਨਾਂ ਦੀ ਕਾਰਜਸ਼ੈਲੀ ਕੀ ਆ। ਠੀਕ ਹੈ ਜੀ। ਤੇ ਇਸ ਕਰਕੇ ਆਪਾਂ ਕੋਈ ਵੀ ਬੰਦਾ ਵਾ ਉਹਨੂੰ ਐਡੀ ਛੇਤੀ ਆਪਾਂ ਧਮਕਾ ਨਹੀਂ ਦੇ ਸਕਦੇ, ਜਾਂ ਆਪਾਂ ਨੂੰ ਉਹਨੂੰ ਮਤਲਬ ਵੀ ਗਦਾਰ ਕੋਸ਼ਿਸ਼ ਇਸ ਤਰ੍ਹਾਂ ਕਰ ਦਈਏ। ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਵਾ, ਕਿਉਂਕਿ ਅਜੇ ਤੱਕ ਆਪਾਂ ਮੌਕੇ ਹੀ ਤਾਂ ਦਿੱਤੇ ਆ ਲੀਡਰਾਂ ਨੂੰ, ਅਜੇ ਤੱਕ ਮੌਕੇ ਹੀ ਦਿੱਤੇ ਆ। ਕਿਹੜੇ ਲੀਡਰ ਨੂੰ ਆਪਾਂ ਮੌਕਾ ਨਹੀਂ ਦਿੱਤਾ? ਕਾਂਗਰਸੀਆਂ ਨੂੰ ਦਿੱਤਾ, ਨਾ ਅਕਾਲੀਆਂ ਨੂੰ ਦਿੱਤਾ, ਜਾਂ ਆਪ ਵਾਲਿਆਂ ਨੂੰ ਦਿੱਤਾ। ਕੰਮ ਹੋਰ ਬਹੁਤ ਕਰਨੇ ਪੈਣੇ ਆ ਪੰਜਾਬ ਲਈ। ਅਜੇ ਤੁਹਾਨੂੰ ਆਪਣੀ ਫਸਲ ਬਚਾਉਣ ਵਾਸਤੇ ਕੰਮ ਕਰਨੇ ਪੈਣੇ, ਤੁਹਾਨੂੰ ਆਪਣੇ ਕੋਲਡ ਸਟੋਰ ਬਣਾਉਣ ਵਾਸਤੇ ਕੰਮ ਕਰਨੇ ਪੈਣੇ। ਬਟ ਉਹਦੇ ਵਾਸਤੇ ਕੀ ਚਾਹੀਦਾ? ਉਹਦੇ ਵਾਸਤੇ ਏਕਤਾ ਚਾਹੀਦੀ ਆ। ਗੱਲ ਫਿਰ ਘੁੰਮ ਘਮਾ ਕੇ ਉੱਥੇ ਆ ਜਾਣੀ ਆ, ਏਕਤਾ ਚਾਹੀਦੀ ਆ। ਏਕਤਾ ਦੇ ਨਾਲ ਕੁਝ ਸਹਿਯੋਗ NRIਆਂ ਦਾ ਚਾਹੀਦਾ ਵਾ। ਜੇ NRIਆਂ ਦਾ ਚਾਹੀਦਾ ਵਾ ਤੇ ਕੁਝ ਸਹਿਯੋਗ ਇੱਥੇ ਸਾਨੂੰ ਆਪਣੀਆਂ ਸਿੱਖ ਸੰਸਥਾਵਾਂ ਦਾ ਵੀ ਚਾਹੀਦਾ ਵਾ। ਕਿਉਂਕਿ ਜੇ ਤੇ ਤੁਸੀਂ ਪੰਜਾਬ ਬਚਾਉਣਾ ਵਾ, ਜੇ ਤੁਸੀਂ ਪੰਜਾਬੀਅਤ ਬਚਾਉਣੀ ਆ, ਜੇ ਤੁਸੀਂ ਆਪਣੇ ਲੋਕ ਬਚਾਉਣੇ, ਜੇ ਕਿਸਾਨ ਬਚਾਉਣੇ ਆ, ਤਾਂ ਤੁਹਾਨੂੰ ਆਪਣੀ ਕਮਿਊਨਿਟੀ ਦਾ, ਸਾਰੇ ਬੰਦੇ ਜਿਹੜੇ ਸੋਚ ਸਕਦੇ ਉਹਨਾਂ ਨੂੰ ਆਪਣੀ ਕਮਿਊਨਿਟੀ ਦਾ ਸੋਚਣਾ ਪੈਣਾ। ਨਹੀਂ ਤੇ ਫਿਰ ਸਾਰਿਆਂ ਦੇ ਸਾਹਮਣੇ ਹੀ ਆ ਜੋ ਕੁਝ ਹੋਣਾ ਵਾ। ਠੀਕ ਆ ਨਾ ਜੀ। ਤੇ ਹੁਣ ਇਹ ਗੱਲ ਸਾਰੇ ਵੀਰ ਮੇਰੇ ਇਸ ਗੱਲੋਂ ਧਿਆਨ ਦਿਓ, ਚਾਹੇ ਉਹ ਕੋਈ ਵੀ ਵੱਡੀਆਂ ਆਪਣੀਆਂ ਕਾਰ ਸੇਵਾ ਵਾਲੇ ਆ, ਕਾਰ ਸੇਵਾ ਵਾਲਿਆਂ ਨੂੰ ਹੁਣ ਜੇ ਕੁਝ ਕਰਨਾ ਚਾਹੀਦਾ ਵਾ ਤਾਂ ਗੁਰੂ ਘਰ ਬੜੇ ਬਣਾਤੇ, ਬੜੇ ਸੋਹਣੇ ਬਣਾਤੇ, ਬੜਾ ਕੁਝ ਬਣਾਤਾ। ਪਰ ਕਾਰ ਸੇਵਾ ਵਾਲਿਆਂ ਨੂੰ ਹੁਣ ਕੁਝ ਪੰਜਾਬ ਲਈ ਵੀ ਕਰਨਾ ਚਾਹੀਦਾ, ਆਪਣੇ ਪੰਜਾਬੀਆਂ ਲਈ ਵੀ ਕਰਨਾ ਚਾਹੀਦਾ। ਕਾਰ ਸੇਵਾ ਵਾਲੇ ਸਟੋਰੇਜ ਬਣਾਉਣ ਹੁਣ, ਜਿੱਥੇ ਲੋਕ ਅਨਾਜ ਆਪਣਾ ਸੇਵ ਕਰ ਸਕਣ, ਥੋੜਾ ਰੇਟ ਮਿਲਣ ਦੇ ਉੱਤੇ ਵੇਚ ਸਕਣ। ਹੁਣ ਇਹ ਕੰਮ ਕਰਨ ਦੀ ਲੋੜ ਵਾ। ਠੀਕ ਆ ਜੀ। ਹੁਣ ਸਾਨੂੰ ਇੱਕ ਵੱਖਰੀ ਸੋਚ ਲੈ ਕੇ ਸਿੱਖ ਕਮਿਊਨਿਟੀ ਨੂੰ ਤੁਰਨਾ ਪੈਣਾ। ਮੈਂ ਅਜੇ ਸਿੱਖੀ 'ਚ ਨਹੀਂ ਆਉਂਦਾ, ਕਿਉਂਕਿ ਆਪਾਂ ਅਜੇ ਨਹੀਂ ਉਸ ਲੈਵਲ ਹੀ ਨਹੀਂ ਬਣਿਆ ਅਜੇ ਤੱਕ, ਨਾ ਦਿਲ ਦਾ, ਨਾ ਦਿਮਾਗ ਦਾ, ਨਾ ਚਿਹਰੇ ਮੋਰੇ ਦਾ। ਠੀਕ ਹੈ ਜੀ। ਹੁਣ ਲੋੜ ਵਾ ਕੁਝ ਹਸਪਤਾਲਾਂ ਦੀ, ਜਿਹੜੇ ਸਾਡੇ ਭਰਾ ਇਲਾਜ ਕੋਲੋਂ ਮਰਨ ਦੇ ਉਹਨਾਂ ਲਈ। ਹੁਣ ਲੋੜ ਆ ਕੁਝ ਫ੍ਰੀ ਦੇ ਸਿੱਖਿਅਤਕ ਅਦਾਰਿਆਂ ਦੀ, ਜਿਹੜੇ ਸਿੱਖਾਂ ਦੇ ਪੈਸੇ ਨਾਲ ਬਣੇ ਪਰ ਬਿਜ਼ਨਸ ਨਾ ਬਣ ਗਏ ਹੋਣ, ਉਹਨਾਂ ਦੀ। ਹੁਣ ਲੋੜ ਵਾ ਜਿਹੜੇ ਆਪਾਂ ਪੈਸਾ ਆਪਾਂ ਗੁਰੂ ਘਰ ਬਣਾਉਣ ਤੇ ਲਾਉਣ ਡਏ ਆ, ਉਹ ਗੁਰੂ ਘਰਾਂ ਬਹੁਤ ਸੋਹਣੇ ਬਣੇ ਆ। ਹਰੇਕ ਸਾਡਾ ਇਤਿਹਾਸਕ ਸਥਾਨ ਬਹੁਤ ਸੋਹਣਾ ਬਣਿਆ ਵਾ। ਬਟ ਹੁਣ ਆਪਣੇ ਭਰਾਵਾਂ ਲਈ ਕੰਮ ਕਰਨਾ ਚਾਹੀਦਾ। ਜੇ ਤੁਹਾਡੇ ਕੋਲ ਪੈਸਾ ਹੈਗਾ ਨਾ, ਤੇ ਹੁਣ ਆਪਣੇ ਭਰਾਵਾਂ ਲਈ ਕੰਮ ਕਰਨਾ ਚਾਹੀਦਾ। ਹੁਣ ਇੱਥੇ ਜੇ ਕਾਰ ਸੇਵਾ ਵਾਲੇ ਆ ਤੇ ਉਹਨਾਂ ਨੂੰ ਕੁਝ ਕੋਲਡ ਸਟੋਰੇਜ ਬਣਾਉਣੇ ਚਾਹੀਦੇ ਆ, 10 15 20 50 100 ਜਿੰਨੇ ਵੀ ਬਣਾ ਸਕਦੇ ਆ। ਹੁਣ ਅਸਲ ਵੇਲਾ ਵਾ ਆਪਣੇ ਲੋਕਾਂ ਦਾ ਸੋਚਣ ਦਾ। ਜੇ ਰਾਸ਼ਟਰਪਤੀ ਦੇ ਸੈਨਾ ਤੋਂ ਬਾਅਦ ਕਾਨੂੰਨ ਬਣ ਗਿਆ ਤਾਂ ਸਮਝ ਲਓ ਵੀ ਇਹ ਤਾਂ ਸਾਡੀ ਧੌਣ ਦੇ ਉੱਤੇ ਨੰਗੀ ਤਲਵਾਰ ਆ। ਪਤਾ ਨਹੀਂ ਕਦੋਂ ਹਲਾਲ ਕਰ ਦੇਣਾ ਸਾਨੂੰ, ਤੇ ਕਿਹੜੇ ਤਰੀਕੇ ਕਰ ਦੇਣਾ। ਜ਼ਮੀਨ ਗਈ, ਕਰਜ਼ਾ ਸਿਰ ਤੇ ਚੜ ਗਿਆ, ਫਸਲ ਦਾ ਸਾਨੂੰ ਖੁਦ ਨਹੀਂ ਪਤਾ ਅਸੀਂ ਕੀ ਬੀਜਣਾ ਵਾ। ਸਾਡੀ ਕੋਈ ਵਿਉਂਤਬੰਦੀ ਸਾਡੀ ਜ਼ਮੀਨ ਤੇ ਜਿਹੜੀ ਉਹ ਨਹੀਂ ਰਹਿ ਜਾਣੀ। ਹਾਂ ਨਰਿੰਦਰ ਭਾਈ, ਲਾਉਣਾ ਫੋਨ ਮੈਂ ਬਾਅਦ ਚ, ਮੈਂ ਤੁਰਨਾ, ਕੋਈ ਗੱਲ ਨਹੀਂ, ਫਰੀ ਆ ਮੈਂ। ਵੀ ਸਾਡੀ ਵਿਉਂਤਬੰਦੀ, ਸਾਡੀ ਆਪਣੀ ਫਸਲ ਆਪਣੀ ਜ਼ਮੀਨ ਤੇ ਹੀ ਕੋਈ ਨਹੀਂ ਰਹਿ ਜਾਣੀ। ਵੀ ਅਸੀਂ ਜੇ ਰਿਕੁਆਇਰਮੈਂਟ ਦੇ ਵਿੱਚ ਜ਼ਮੀਨ ਸਾਡੀ ਆ ਜਾਂਦੀ ਹੈ ਤੇ ਅਸੀਂ ਜੇ ਗੰਨਾ ਬੀਜਣਾ ਚਾਹੁੰਦੇ ਆ, ਜੇ ਸਾਨੂੰ ਕੰਪਨੀ ਕਹਿੰਦੀ ਤੁਸੀਂ ਗੰਨਾ ਨਹੀਂ ਬੀਜਣਾ, ਤੁਸੀਂ ਮਾਂ ਬੀਜਣੇ, ਤੁਹਾਨੂੰ ਮਾਂ ਹੀ ਬੀਜਣੇ ਪੈਣੇ। ਜੇ ਮਾਂ ਦਾ ਰੇਟ ਬਾਜ਼ਾਰ ਦੇ ਵਿੱਚ, ਜੇ ਮੰਨ ਲਓ ਤੁਸੀਂ ਮਤਲਬ ਵੀ 7000 ਨੂੰ ਜਾਂ 8000 ਨੂੰ ਕੁਇੰਟਲ ਆ, ਜੇ ਉਹਨਾਂ 5000 ਦੇਣਾ ਵਾ ਤੇ ਸਾਨੂੰ 5000 ਹੀ ਜਿਹੜਾ ਵਾ ਉਹ ਲੈਣਾ ਪੈਣਾ। ਫਿਰ ਮੰਨ ਲਓ ਜਿੱਦਾਂ ਹੁਣ ਬਾਕੀ ਜਿਹੜੇ ਨੀਰਜ ਮੋਦੀ ਹੋਣੀ ਭੱਜ ਗਏ, ਮਾਲੀਆ ਭੱਜ ਗਿਆ, ਕੱਲ ਨੂੰ ਜੇ ਕੋਈ ਕੰਪਨੀ ਦਾ ਓਨਰ ਜਿਹੜਾ ਵਾ ਕੱਲ ਨੂੰ ਤੁਹਾਡੀ ਜ਼ਮੀਨ ਦੇ ਉੱਤੇ ਹਜ਼ਾਰਾਂ ਕਰੋੜ ਰੁਪਈਆ ਲੈ ਕੇ, ਜਿੰਨੀ ਰਿਕੁਆਇਰਮੈਂਟ 'ਚ ਆਉਂਦੀ ਆ, ਜੇ ਉਹ ਜ਼ਮੀਨ ਦੇ ਉੱਤੇ ਮਤਲਬ ਵੀ ਪੈਸਾ ਲੈ ਕੇ ਭੱਜ ਜਾਂਦਾ ਵਾ, ਤੇ ਸਾਡੇ ਹੱਥ ਦੇ ਵਿੱਚ ਸਿਰਫ ਸ਼ਿਕੂ ਰਹਿ ਜਾਣਾ, ਹੋਰ ਕੀ ਰਹਿ ਜਾਣਾ। ਤੇ ਤੁਸੀਂ ਹਿਸਾਬ ਕਿਤਾਬ ਲਾ ਲਓ ਵੀ ਸਾਡੇ ਕੋਲ ਕੀ ਬਚਣਾ। ਅਸੀਂ ਪਹਿਲਾਂ ਫਸਲ ਦੀ ਬਿਜਾਈ ਤੇ ਵੀ ਮਾਰ ਖਾਧੀ, ਫਸਲ ਦੀ
ਵਿਕਰੀ ਤੇ ਵੀ ਮਾਰ ਖਾਧੀ, ਮੁੜ ਕੇ ਕਰਜ਼ੇ ਦੀ ਮਾਰ ਜਿਹੜੀ ਉਹ ਸਾਡੇ ਤੋਂ ਆਪਣੇ ਆਪ ਹੀ ਪੈ ਜਾਣੀ ਆ। ਤੇ ਉਹ ਜ਼ਮੀਨ ਕਿੰਨੇ ਲੈਣੀ ਆ? ਮੁੜ ਕੇ ਉਹ ਜ਼ਮੀਨ ਜਿਹੜੀ ਆ ਉਹ ਸਾਡੇ ਕੋਲ ਮੁੱਲ ਦੀਆਂ ਰਜਿਸਟਰੀਆਂ ਵੀ ਜਿਹੜੀਆਂ ਕੰਪਨੀ ਨੇ ਲੈਣੀਆਂ। ਫਿਰ ਅਸੀਂ ਕੀ ਕਰਨਾ ਵਾ? ਫਿਰ ਅਸੀਂ ਉਸੇ ਜ਼ਮੀਨ ਦੇ ਉੱਤੇ ਉਸੇ ਕੰਪਨੀ ਦੇ ਕੋਲੋਂ ਨੌਕਰੀ ਕਰਨੀ ਹੈ, ਜਾਂ ਅਸੀਂ ਦਿਹਾੜੀ ਕਰਾਂਗੇ, ਜਾਂ ਅਸੀਂ ਉਹਨਾਂ ਦੇ ਦਿਹਾੜੀ ਕਰਾਂਗੇ, ਤੇ ਜਾਂ ਅਸੀਂ ਸਟੇਟ ਛੱਡ ਕੇ ਗੁਜਰਾਤ ਬੰਬੇ ਤੇ ਜਾਂ ਫਿਰ ਅਰਬ ਦੇਸ਼ਾਂ ਦੇ ਵਿੱਚ ਜਿਹੜੇ ਉਹ ਧੱਕੇ ਖਾਵਾਂਗੇ। ਸਾਡੇ ਕੋਲ ਚੋਇਸ ਹੀ ਕੋਈ ਨਹੀਂ ਹੋਰ ਰਹਿ ਜਾਣੀ। ਇਹੋ ਇੱਕੋ ਹੀ ਚੋਇਸ ਰਹਿ ਜਾਣੀ ਆਪਣੇ ਕੋਲ। ਤੇ ਗੱਲਬਾਤ ਸਾਰੀ ਇਹ ਤੁਹਾਡੇ ਸਾਹਮਣੇ ਹੀ ਆ। ਹੁਣ ਕੁਝ ਜਿਹੜੇ ਸਿੱਖ ਇਹਦੇ ਹੈਗੇ ਆਰਡੀਨੈਂਸ ਦੇ ਪੂਰੀਆਂ ਜਿਹੜੀਆਂ ਗੱਲਾਂ ਬਾਤਾਂ ਵਾ ਉਹ ਕਿਸੇ ਵੀਰ ਨੂੰ ਕਵਾਂਗੇ ਵੀ ਉਹਦਾ ਕੋਈ PDF ਬਣਾ ਕੇ ਜਾਂ ਜਿਹੜੀਆਂ ਮਤਲਬ ਵੀ ਉਹ ਹਮ ਭੇਜੇ, ਉਹ ਸਾਰੀ ਜਿਹੜੀ ਪੰਜਾਬੀ ਦੇ ਵਿੱਚ ਤਰਜਮਾ ਚੰਗੀ ਤਰ੍ਹਾਂ ਕਰਵਾ ਕੇ ਕਿਸੇ ਵੀਰ ਕੋ ਪਾਉਨੇ ਆ। ਤੇ ਮੈਂ ਫਿਰ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਵੀਰ ਮੇਰੇ, ਹੁਣ ਜਿਹੜਾ ਮਸਲਾ ਵਾ ਨਾ ਉਹ ਆਪਾਂ ਪਾਰਟੀਬਾਜ਼ੀ ਤੱਕ ਨਾ ਸੀਮਤ ਰੱਖੀਏ। ਇਹਨੂੰ ਆਪਾਂ ਪੂਰੀ ਗੰਭੀਰਤਾ ਨਾਲ ਸੋਚਣਾ ਫਰਜ਼ ਬਣਦਾ, ਸਪੈਸ਼ਲੀ ਸਾਡੇ ਲੀਡਰਾਂ ਦਾ। ਪਹਿਲੀ ਤੇ ਗੱਲ ਆ ਵੀ ਸਭ ਤੋਂ ਵੱਡੀ ਇਹਨਾਂ 31 ਜਥੇਬੰਦੀਆਂ ਨੂੰ ਕੋਈ ਜਿਹੜਾ ਵਾ ਉਹ ਮਤਲਬ ਵੀ ਗੱਲਬਾਤ ਕੋਈ ਪੁੱਛਣ ਵਾਲਾ ਗੱਲਬਾਤ ਹੋਵੇ, ਇਹਨਾਂ ਨੂੰ ਕਰਨ ਵਾਲਾ ਕੋਈ ਬੰਦਾ ਹੋਵੇ ਕਿ 31 ਦੀ ਕੀ ਲੋੜ ਵਾ। ਜਦੋਂ ਜਥੇਬੰਦੀਆਂ ਹੀ ਕਿਸਾਨ ਆ ਤੇ 31 ਦੀ ਕੀ ਲੋੜ ਆ? ਇੱਕ ਕਿਉਂ ਨਹੀਂ? ਹੁਣ ਛੱਡ ਦੋ ਥੋੜਾ ਚਿਰ ਘਰ ਭਰਨੇ ਤੇ ਛੱਡ ਦੋ ਥੋੜਾ ਚਿਰ ਜੇਬਾਂ ਭਰਨੀਆਂ, ਥੋੜਾ ਚਿਰ 2-3 ਸਾਲ ਪੰਜਾਬ ਦੀ ਗੱਲ ਕਰ ਲਓ ਲੀਡਰੋ। ਹੁਣ ਤੇ ਬਥੇਰਾ ਖਾ ਲਿਆ ਤੁਸੀਂ। ਕੋਈ 31 ਜਥੇਬੰਦੀਆਂ ਦੇ ਵਿੱਚੋਂ ਚੇਅਰਮੈਨ ਹੀ ਲੈ ਕੇ ਬੈਠਾ ਵਾ, ਕੋਈ ਕਿਸੇ ਅਹੁਦੇ ਤੇ ਬੈਠਾ ਵਾ, ਕੋਈ ਕਿਸੇ। ਤਾਂ ਹੀ ਸਿਰਫ ਕਿਸਾਨ ਜਥੇਬੰਦੀਆਂ ਦੇ ਨਾਂ ਦੇ ਉੱਤੇ ਇੱਕ ਸਿਆਸੀ ਲਾਹਾ ਲਿਆ ਵਾ, ਭਾਵੇਂ ਉਹ ਕਾਂਗਰਸ ਕੋ ਲਿਆ ਹੋਵੇ, ਭਾਵੇਂ ਉਹ ਅਕਾਲੀਆਂ ਕੋ ਲਿਆ ਹੋਵੇ, ਭਾਵੇਂ ਉਹ ਕਿਤੇੋਂ ਵੀ ਲਿਆ ਹੋਵੇ। ਮੈਂ ਸਿਰਫ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾਂ ਕਿ ਤੁਸੀਂ ਲਾਹਾ ਲੈਣਾ ਥੋੜਾ ਚਿਰ ਛੱਡ ਦਿਓ ਬਸ, ਤੇ ਆਪਣੇ ਭਰਾਵਾਂ ਦੀ ਸੋਚ ਲਓ। ਠੀਕ ਆ ਜੀ। ਤੇ ਇੰਨੀਆਂ ਕੁ ਗੱਲਾਂ ਕਰਨੀਆਂ ਬਾਬਿਓ। ਹੁਣ ਆਪਣੀ ਬੁੱਕ ਵੀ ਤੁਰ ਪੈਣੀ ਆ ਥੋੜੇ ਚਿਰ ਤੱਕ, ਤੇ ਚੱਲੀਏ ਕਰੀਏ ਸਫ਼ਰ ਸ਼ੁਰੂ, ਕਿਉਂਕਿ ਆਪਾਂ ਨੂੰ ਜਿੰਨੇ ਘੰਟੇ ਮਿਲਦੇ ਆ ਅਮਰੀਕਨ ਗੌਰਮੈਂਟ ਵੱਲੋਂ ਪੂਰੇ ਲਾਉਣੇ ਪੈਣੇ ਅੱਜ, ਫੇਰ ਹੀ ਟਿਕਾਣੇ ਲੱਗ ਹੋਣਾ। ਸੋ ਇੰਨੀਆਂ ਕੁ ਬੇਨਤੀਆਂ ਮੇਰੇ ਵੀਰਾਂ ਦੇ ਸਾਰਿਆਂ ਅੱਗੇ ਕਿ ਆਹ ਧਰਨਾ ਆਪਣਾ ਸਫਲ ਤੇ ਰਿਹਾ, ਪਰ ਬਹੁਤ ਜ਼ਿਆਦੀਆਂ ਜਿਹੜੀਆਂ ਇਹਦੇ ਵਿੱਚ ਸਾਡੀਆਂ ਨਾਕਾਮਯਾਬੀਆਂ ਉਹ ਵੀ ਸਾਹਮਣੇ ਆਈਆਂ। ਇੱਕ ਨਾਕਾਮਯਾਬੀ ਸਾਡੀ ਇਹ ਰਹੀ, ਮੈਂ ਪਹਿਲਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਅਕਾਲੀ ਭਰਾਵਾਂ ਨੇ ਸਾਡੇ ਕਾਂਗਰਸੀ ਭਰਾਵਾਂ ਦੇ ਲੰਗਰ ਚੋਂ ਰੋਟੀ ਨਹੀਂ ਖਾਧੀ, ਤੇ ਕਾਂਗਰਸੀ ਭਰਾਵਾਂ ਨੇ ਅਕਾਲੀ ਭਰਾਵਾਂ ਦੇ ਲੰਗਰ ਚੋਂ ਰੋਟੀ ਨਹੀਂ ਖਾਧੀ। ਕੀ ਕਹਿ ਕੇ? ਇਹ ਕਹਿ ਕੇ ਕਿ ਇਹ ਅਕਾਲੀਆਂ ਦਾ ਲੰਗਰ ਆ ਤੇ ਇਹਨਾਂ ਨੇ ਆਪਣੇ ਨਿੱਜੀ ਫਾਇਦੇ ਲਈ ਲਾਇਆ। ਜਲਦੀ ਵੀ ਚੱਲ ਜਾਣਾ ਭਰਾਵਾ, ਚੱਲ ਜਾਣਾ ਮੈਂ, ਦੁਖੀ ਨਾ ਹੋ। ਇੱਥੇ ਬੁੱਕ ਦੇ ਹਿਸਾਬ ਨਾਲ ਹੀ ਤੁਰਨਾ ਪੈਣਾ ਵਾ, ਟੈਨਸ਼ਨ ਨਾ ਲੈ ਮੇਰਾ ਵੀਰ, ਮੈਂ ਚੱਲ ਜਾਣਾ ਵਾ। ਤੈਨੂੰ ਨਹੀਂ ਚਲਾਉਣ ਨੂੰ ਕਹਿੰਦਾ, ਮੈਂ ਹੀ ਚਲਾਉਣਾ। ਠੀਕ ਆ ਜੀ। ਤੇ ਉੱਥੇ ਵੇਖੋ ਵੀ ਜਦੋਂ ਸਾਡੇ ਦਿਲ ਦੇ ਵਿੱਚ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਦੂਜੇ ਲਈ ਇੰਨੀ ਜ਼ਹਿਰ ਆ ਕਿ ਅਸੀਂ ਉਹਨਾਂ ਦੀ ਰੋਟੀ ਨਹੀਂ ਖਾ ਸਕਦੇ, ਉਹਨਾਂ ਦੇ ਲੰਗਰ ਦੇ ਵਿੱਚੋਂ ਅਸੀਂ ਪ੍ਰਸ਼ਾਦਾ ਨਹੀਂ ਛਕ ਸਕਦੇ, ਤਾਂ ਮੈਂ ਇੰਨੀ ਗੱਲ ਕਹਿਣਾ ਕਿ ਫਿਰ ਅਸੀਂ ਕਿੱਦਾਂ ਦਿਲੋਂ ਇੱਕ ਬੰਦੇ ਦੇ ਨਾਲ, ਦਿਲੋਂ ਇੱਕ ਇਕੱਠੇ ਹੋ ਕੇ ਤੇ ਕਿੱਦਾਂ ਤੁਰ ਸਕਦੇ ਹਾਂ, ਜਦੋਂ ਸਾਨੂੰ ਅਗਲੇ ਦੇ ਘਰੋਂ ਪੱਕ ਕੇ ਆਈ ਰੋਟੀ ਦੇ ਵਿੱਚ ਕਾਂਗਰਸੀ ਜਾਂ ਅਕਾਲੀ ਦੀਦਾ ਵਾ। ਉਦੋਂ ਫਿਰ ਅਸੀਂ ਕਿਸਾਨੀ ਲਈ ਕਿੱਦਾਂ ਇੱਕ ਹੋ ਸਕਦੇ ਹਾਂ ਯਾਰ। ਦੂਜੀ ਗੱਲ, ਇੱਕ ਹੋਰ ਬੇਨਤੀ ਆ ਵੀਰ ਮੇਰੇ, ਗੁੱਸਾ ਨਾ ਕਰਿਓ ਬਾਬੇ, ਇਹ ਗੱਲ ਕਹਿਣੀ ਪੈਣੀ ਕਿਉਂਕਿ ਫੈਨ ਫਾਲੋਇੰਗ ਜਿਹੜੀ ਉਹਨਾਂ ਦੀ ਬੜੀ ਤਗੜੀ ਆ। ਪਰ ਜੇ ਮੈਂ ਉਹ ਗੱਲ ਕੀਤੀ ਸ਼ਾਇਦ ਮੈਨੂੰ ਕੁਝ ਗਾਲਾਂ ਵੀ ਕੱਢਣ, ਬਟ ਮੈਂ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਿਹੜਾ ਆਪਾਂ ਮਜਬੂਰ ਕਰ, ਹੱਥ ਜੋੜ ਕੇ ਬੇਨਤੀ ਆ, ਗਾਲਾਂ ਕੱਢਣ ਤੋਂ ਪਹਿਲਾਂ ਮੇਰੀ ਗੱਲ ਸੁਣ ਲਿਓ ਪੂਰੀ, ਫੇਰ ਗੱਲ ਗਾਲਾਂ ਕੱਢਣ ਲ ਹੋਇਓ। ਮੈਂ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾਂ ਕਿ ਆਪਾਂ ਸਿਰਫ ਇਕੱਠ ਦਾ ਕਰਕੇ ਜਿਹੜੇ ਸਿੰਗਰਾਂ ਦੇ ਤਰਲੇ ਮਾਰਦੇ ਆ ਜਾਂ ਸਿੰਗਰਾਂ ਨੂੰ ਕਹਿੰਦੇ ਆ ਨਾ ਵੀ ਤੁਸੀਂ ਧਰਨੇ ਦੇ ਵਿੱਚ ਆਓ, ਉਹ ਧਰਨੇ ਦੇ ਵਿੱਚ ਆਉਣ, ਉਹ ਧਰਨੇ, ਇੱਕ ਬੇਨਤੀ ਆ ਵੀ ਸਿੰਗਰਾਂ ਨੂੰ ਧਰਨੇ ਦੇ ਵਿੱਚ ਆਉਣ ਵਾਲਾ ਕੰਮ ਬੰਦ ਕਰ ਦਿਓ, ਉਹਨਾਂ ਨੂੰ ਸੱਦਣਾ, ਉਹਨਾਂ ਨੂੰ ਤਾਨਾ ਮੀਣਾ ਮਾਰਨਾ ਬੰਦ ਕਰ ਦਿਓ। ਉਹਦੀ ਵਜ੍ਹਾ ਕੀ ਆ? ਉਹਦੀ ਵਜ੍ਹਾ ਇਹ ਆ ਵੀ ਇੱਕ ਤੇ ਸਾਡਾ ਯੂਥ ਜਿਹੜਾ ਵਾ ਉਹ ਸੈਲਫੀਆਂ ਦੇ ਮਗਰ ਭੱਜ ਪੈਂਦਾ। ਦੂਜੀ ਗੱਲਬਾਤ ਹੈਗੀ ਆ ਇਦਾਂ ਕਿ ਜਦੋਂ ਉਹ ਬੰਦੇ ਆ ਜਾਂਦੇ ਆ ਤਾਂ
ਬਹੁਤ ਸਾਰੀ ਜਿਹੜੀ ਬਹੁਤ ਸਾਰੀ ਆਵਾਮ ਹੁੰਦੀ ਸਾਡੀ ਨਾ, ਉਹਦਾ ਧਿਆਨ ਭਟਕ ਜਾਂਦਾ। ਉੱਥੇ ਫਿਰ ਸਾਡੇ ਉੱਤੇ ਨਾ ਇੱਕ ਫੈਨ ਹੋਣ ਦਾ ਜਿਹੜਾ ਭੂਤ ਹੁੰਦਾ ਨਾ, ਉਹ ਭਾਰੀ ਹੋ ਜਾਂਦਾ। ਅਸੀਂ ਆਪਣਾ ਅਸਲ ਮਕਸਦ ਹੀ ਭੁੱਲ ਜਾਂਦੇ ਹਾਂ। ਠੀਕ ਹੈ ਜੀ। ਹੁਣ ਸਿੱਧੂ ਮੂਸੇਵਾਲਾ ਆਇਆ ਜਾਂ ਅਮਰਤਮਾਨ ਆਇਆ, ਉਹਦੇ ਵਿੱਚ ਮੈਂ ਇੱਕ ਵੀਡੀਓ ਵੇਖੀ ਸੀ ਕਿ ਉਹਨਾਂ ਨੇ ਰੋਡ ਤੋਂ ਦੂਜੇ ਬੰਨੇ, ਜਿੱਥੇ ਬੰਨੇ ਧਰਨਾ ਲੱਗਾ ਸੀ ਪਹਿਲਾਂ, ਉਹ ਤੋਂ ਦੂਜੇ ਬੰਨੇ ਧਰਨਾ ਲਾ ਲਿਆ। ਹੋ ਸਕਦਾ ਬੱਬੂ ਮਾਨ ਆਉਂਦਾ ਵਾ ਤੇ ਬੱਬੂ ਮਾਨ ਹੀ ਉੱਥੇ ਕਿਤੇ ਆ ਜਾਂਦਾ, ਤਾਂ ਉਹ ਜਿੱਥੇ ਪਹਿਲਾਂ ਧਰਨਾ ਲੱਗਾ ਸੀ ਇੱਕ ਬੰਨੇ ਸਿੱਧੂ ਮੂਸੇਵਾਲੇ ਨੇ ਲਾ ਲਿਆ, ਹੋ ਸਕਦਾ ਦੂਜੇ ਬੰਨੇ ਬੱਬੂ ਮਾਨ ਲਾ ਲੈਂਦਾ। ਉੱਥੇ ਇੱਕ ਮਤਲਬ ਵੀ ਜਿਹੜੀ ਆ ਇੱਕ ਧਰਨੇ ਦੀ ਜਗ੍ਹਾ ਇੱਕ ਕਿਸਾਨੀ ਹਿੱਤਾਂ ਦੀ ਗੱਲ ਦੇ ਨਾਲੋਂ ਮਤਲਬ ਕਿ ਇੱਕ ਜਿਹੜਾ ਸੀ ਉਹ ਸ਼ੋ ਮਾਰਚ ਹੋ ਜਾਣਾ ਸੀ ਵੀ ਮੇਰੇ ਵੱਲ ਇੰਨੇ ਖੜ ਗਏ ਤੇ ਮੇਰੇ ਵੱਲ ਇੰਨੇ ਖੜ ਗਏ। ਠੀਕ ਆ। ਇਸ ਕਰਕੇ ਇੰਨੀ ਕੁ ਬੇਨਤੀ ਕਰਨੀ ਸੀ ਵੀਰਾਂ ਭਰਾਵਾਂ ਨੂੰ ਕਿ ਇਹਨਾਂ ਨੂੰ ਸਿੰਗਰਾਂ ਨੂੰ, ਉਹ ਜੇ ਕੋਈ ਗੱਲ ਕਰਦਾ ਵਾ ਤਾਂ ਆਪਣੇ ਨਿੱਜੀ ਚੈਨਲ ਤੋਂ ਕਰ ਲਿਓ। ਉਹਨਾਂ ਨੂੰ ਵੈਸੇ ਤੇ ਮੇਰੇ ਹਿਸਾਬ ਦੇ ਨਾਲ ਤੇ ਉਹਨਾਂ ਨੂੰ ਸੱਦਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਇਹਦੇ ਨਾਲ ਸਾਡੇ ਯੂਥ ਦਾ ਧਿਆਨ ਵੀ ਭੰਗ ਹੋ ਜਾਂਦਾ। ਚਲੋ ਇਹ ਗੱਲ ਮੰਨਦੇ ਆ, ਉਹਨਾਂ ਦੇ ਕਹਿਣ ਦੇ ਉੱਤੇ ਯੂਥ ਆਉਂਦਾ ਵਾ, ਬਟ ਫਿਰ ਆਪਾਂ ਇਹ ਵੀ ਗੱਲ ਮੰਨਣੀ ਪਊਗੀ ਵੀ ਯੂਥ ਕਿਸਾਨਾਂ ਦਾ ਕਰਕੇ ਨਹੀਂ ਆਉਂਦਾ, ਯੂਥ ਸਿੰਗਰਾਂ ਦਾ ਕਰਕੇ ਆਉਂਦਾ। ਠੀਕ ਆ। ਉਹ ਵੀ ਪੰਜਾਬ ਦੇ ਜਾਏ ਆ, ਚਲੋ ਪੰਜਾਬ ਦੇ ਵਿੱਚੋਂ ਹੀ ਕਮਾਉਣ ਡਏ ਆ, ਪੰਜਾਬ ਚੋਂ ਹੀ ਖਾਣ ਡਏ ਆ। ਜੇ ਉਹਨਾਂ ਦੇ ਦਿਲ ਦੇ ਵਿੱਚ ਕੋਈ ਗੱਲਬਾਤ ਹੈਗੀ ਆ ਤੇ ਜੇ ਉਹਨਾਂ ਨੇ ਕਿਸੇ ਨੇ ਵੀ ਬੈਠਣਾ, ਕੋਈ ਵੀ ਸਿੰਗਰ, ਇੱਥੇ ਇੱਕ ਦੀ ਗੱਲ ਨਹੀਂ, ਕੋਈ ਵੀ ਸਿੰਗਰ ਦੀ ਗੱਲਬਾਤ ਹੈਗੀ ਆ ਤੇ ਉਹ ਜਿਹੜਾ ਸਿੰਗਰ ਵਾ ਉਹ ਆਣ ਕੇ ਲੋਕਾਂ ਦੇ ਵਿੱਚ ਬਵੇ, ਨਾ ਕਿ ਵੱਖਰਾ ਧਰਨਾ ਲਾਵੇ, ਕੋਈ ਵੀ ਹੋਵੇ ਯਾਰ। ਠੀਕ ਹੈ ਜੀ। ਤੇ ਇੰਨੀਆਂ ਕੁ ਗੱਲਾਂ ਬਾਤਾਂ ਕਰਨੀਆਂ ਸੀ ਬਸ ਸਾਰੇ ਵੀਰਾਂ ਨਾਲ। ਬਹੁਤ ਬਹੁਤ ਧੰਨਵਾਦ ਵੀਡੀਓ ਟਾਈਮ ਦੇਣ ਲਈ। ਆਪਾਂ ਵੀ ਹੁਣ ਲਾਈਏ ਗੇਅਰ ਤੇ ਤੁਰੀਏ। ਬਸ ਮੈਂ ਫਿਰ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾਂ ਕਿ ਵੀਰੋ, ਇਹਨਾਂ 31 ਨੂੰ ਇੱਕ ਕਰੋ। ਪਹਿਲਾਂ ਇਹਨਾਂ ਦੀ ਭਵਿੱਖ ਦੀ ਵਿਉਂਤਬੰਦੀ ਸੁਣੋ ਇਹਨਾਂ ਤੋਂ, ਇਹਨਾਂ ਕੋਲੋਂ ਕਹੋ ਕੋਈ ਗੱਲ ਨਹੀਂ ਕਰਨ ਦੀ ਲੋੜ ਤੁਹਾਨੂੰ। ਤੁਸੀਂ ਸਿਰਫ ਇਹ ਗੱਲ ਕਰਨੀ ਆ ਕਿ ਤੁਹਾਡੀ ਵਿਉਂਤਬੰਦੀ ਕੀ ਆ, ਤੁਹਾਡੀਆਂ 31 ਜਥੇਬੰਦੀਆਂ ਦੀ ਵਿਉਂਤਬੰਦੀ ਕੀ ਆ, ਜਿੰਨੀਆਂ ਵੀ ਸਾਡੀਆਂ ਪ੍ਰੋਬਲਮਾਂ ਉਹਨਾਂ ਬਾਰੇ, ਫਿਰ ਇਹਨਾਂ ਦੇ ਨਾਲ ਤੁਰੋ। ਦੂਜੀ ਗੱਲ, ਇੱਥੇ ਜੇ ਇਸ ਧਰਨੇ ਦੇ ਵਿੱਚ ਕੋਈ ਵੀ ਬੰਦਾ ਆਉਂਦਾ ਵਾ ਵੱਖ-ਵੱਖ ਝੰਡੇ ਆਪੋ ਆਪਣੀ ਜਥੇਬੰਦੀ ਦਾ ਝੰਡਾ ਲੈ ਕੇ, ਤੇ ਉਹਨਾਂ ਨੂੰ ਇੰਨੀ ਗੱਲ ਕਹਿਣੀ ਚਾਹੀਦੀ ਹੈ ਕਿ ਇੱਥੇ ਜਥੇਬੰਦੀਆਂ ਦੀ ਮਤਲਬ ਵੀ ਮਸ਼ਹੂਰੀ ਵਾਸਤੇ ਧਰਨੇ ਨਹੀਂ ਲੱਗੇ, ਕਿਸਾਨਾਂ ਦੇ ਹਿੱਤਾਂ ਵਾਸਤੇ ਧਰਨੇ ਲੱਗੇ ਆ। ਤੇ ਕਿਸਾਨਾਂ ਦੀ ਗੱਲ ਹੋਣੀ ਹੈ ਇੱਥੇ। ਆਪੋ ਆਪਣੀ ਜਥੇਬੰਦੀ ਨੂੰ ਪ੍ਰਮੋਟ ਕਰਨ ਨਾ ਆਓ ਇੱਥੇ। ਉਹਨਾਂ ਨੂੰ ਸਵਾਲ ਕਰੋ ਜਿਹੜੇ ਤੁਸੀਂ ਲੀਡਰ ਲਾਏ ਆ। ਲੀਡਰ ਨਾਲ 31 ਲੀਡਰਾਂ ਦੇ ਨਾਲੋਂ ਇੱਕ ਆਗੂ ਲਾ ਲਓ, ਅੱਗੇ ਵਧੀਆ ਰਹੂਗਾ। ਬਾਕੀ ਵੀ ਮੇਰੇ ਆਪਾਂ ਤੁਹਾਡੇ ਵਰਗੇ ਪਰਿਵਾਰਾਂ ਦੇ ਨਾਲ ਸੰਬੰਧਿਤ ਆ। ਬਾਕੀ ਪਰਿਵਾਰ ਸਾਰੇ, ਇੱਕ ਬੰਦਾ ਜਿਹੜਾ ਵਾ ਸਾਰੀ ਰਿਸ਼ਤੇਦਾਰੀ ਨਹੀਂ ਪਾਲ ਸਕਦਾ, ਜਾਂ ਇੱਕ ਬੰਦੇ ਦੇ ਨਾਲ ਸਾਰੀ ਰਿਸ਼ਤੇਦਾਰੀ ਨਹੀਂ ਮਤਲਬ ਕਿ ਜਿਹੜੀ ਉਹ ਸੁਖੀ ਹੋ ਸਕਦੀ। ਉੱਥੇ ਜੇ ਤੁਸੀਂ ਸੁਖੀ ਸਾਰੇ ਹੋਗੇ ਤੇ ਨਾਲ ਸਾਡੇ ਵੀ ਹੋਣਗੇ। ਠੀਕ ਹੈ ਜੀ। ਤੇ ਦੂਜੀ ਗੱਲ ਵੀਰੇ, ਧੱਕੇ ਖਾਣ ਦੀ ਗੱਲ ਨਹੀਂ ਕੀਤੀ ਮੈਂ। ਅਰਬ ਦੇਸ਼ਾਂ 'ਚ ਧੱਕੇ ਖਾਣ ਦੀ, ਧੱਕੇ ਮੈਂ ਵੀ ਧੱਕੇ ਹੀ ਖਾਣ ਡਿਆ ਵਾਂ। ਗੱਲ ਨੂੰ ਯਾਰ ਸਮਝ ਲਿਆ ਕਰੋ। ਜੇ ਸਾਡੇ ਕੋਲ ਪੰਜਾਬ ਦੇ ਵਿੱਚ ਕੋਈ ਚੰਗੀਆਂ ਗੱਲ ਮਤਲਬ ਵੀ ਹੋਣ ਨਾ, ਜੇ ਚੰਗੀਆਂ ਸਹੂਲਤਾਂ ਹੋਣ ਤੇ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ। ਤੁਸੀਂ ਯਾਰ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਤੁਸੀਂ ਸਮਝਦੇ ਨਹੀਂ। ਅਮਰੀਕਾ 'ਚ ਵੀ ਧੱਕੇ ਹੀ ਆ ਵੀਰ, ਏਡੀ ਕੋਈ ਗੱਲ ਨਹੀਂ ਹੈਗੀ। ਪਰਿਵਾਰ ਤੋਂ ਜਦੋਂ ਬੰਦਾ ਦੂਰ ਹੋ ਜਾਂਦਾ ਉਹ ਧੱਕੇ ਹੀ ਹੁੰਦੇ ਆ। ਜਿੱਥੇ ਸ਼ਾਮਾਂ ਨੂੰ ਆਪਣਾ ਪਰਿਵਾਰ ਦਾ ਜੀ ਕੋਈ ਨਾ ਦਿਸੇ ਘਰ ਦੇ ਵਿੱਚ ਆਣ ਕੇ ਵੀਰੋ ਧੱਕੇ ਹੀ ਹੁੰਦੇ ਆ ਯਾਰ। ਸਮਝਿਆ ਕਰੋ ਗੱਲ ਨੂੰ, ਗੁੱਸਾ ਨਾ ਕਰ ਜਿਆ ਕਰੋ। ਯੂਰਪ ਨਾ, ਅਰਬ ਨਾ, ਅਮਰੀਕਾ, ਕੈਨੇਡਾ, ਇੰਗਲੈਂਡ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ। ਜਦੋਂ ਬੰਦਾ ਇਕੱਲਾ ਬੈਠਾ ਵਾ ਕਿਤੇ ਤੇ ਉਹਦੇ ਲਈ ਧੱਕੇ ਹੀ ਆਓ। ਧੱਕੇ ਉਹਦੇ ਲਈ ਨਹੀਂ ਹੈਗੇ ਜਿਹੜਾ ਸ਼ਾਮਾਂ ਨੂੰ ਆਪਣੇ ਪਰਿਵਾਰ ਦੇ ਨਿਆਣਿਆਂ ਨੂੰ, ਛੋਟੇ ਨਿੱਕੇ ਬੱਚਿਆਂ ਨੂੰ ਲੈ ਕੇ ਆਪਣੇ ਗਲ ਨਾਲ ਲਾ ਕੇ ਜੱਫੀ ਪਾ ਕੇ ਸੌਂ ਜਾਂਦਾ ਆਪਣੇ ਪੁੱਤਰ ਨੂੰ। ਤੇ ਇਹ ਗੱਲਬਾਤ ਆ, ਗੱਲ ਸਮਝ ਲਿਆ ਕਰੋ ਵੀਰ ਮੇਰੇ। ਉਹ ਮੈਂ ਤੇ ਸਮਝਦਾ ਵੀ ਇੱਥੇ ਵੀ ਇੱਕ ਬੰਦਾ ਧੱਕੇ ਖਾਂਦਾ ਹੀ ਖਾਂਦਾ ਪਰਿਵਾਰ ਦੇ ਵਿੱਚ, ਤੇ ਅਸੀਂ ਵੀ ਧੱਕੇ ਖਾਣ ਰਹੇ ਹਾਂ ਬਾਬੇ। ਹਾਂਜੀ ਮੈਂ ਵੇਖ ਚੁੱਕਾ ਵਾ ਗੋਲਡੀ ਹੋਣਾ ਕੋ ਬੰਦਾ ਵੀਰ ਮੇਰਾ ਕਹਿੰਦਾ ਵੀ ਇਹ ਬੰਦਾ ਗੋਲਡੀ ਹੋਣਾ ਦੇ ਕੋਲ ਵੇਖ ਚੁੱਕਾ ਵਾ ਤੇ ਲੋਕਾਂ ਨੂੰ ਭੜਕਾਉਣਾ ਚਾਹੁੰਦਾ ਵਾ। ਤੇ ਬਚੋ ਇਸ ਤੋਂ, ਬਚੋ ਮੇਰੇ ਤੋਂ ਵੀਰ। ਹਾਂਜੀ ਬਚੋ ਮੇਰੇ ਤੋਂ, ਕਿਉਂਕਿ ਮੈਂ ਤੇ ਗੱਲਬਾਤ ਤੁਹਾਡੀ ਲਈ ਕਰਨੀ ਆ ਵੀ, ਕਿਉਂਕਿ ਭਰਾਵਾਂ ਦੀ ਗੱਲ ਕਰਨੀ ਆ। ਬਚੋ ਮੇਰੇ ਤੋਂ, ਬਚਣਾ ਚੰਗਾ ਵਾ, ਸੁਣਨਾ ਨਹੀਂ ਚਾਹੀਦਾ। 31 ਦੀ ਜਗ੍ਹਾ ਦੇ ਉੱਤੇ 65 ਜਥੇਬੰਦੀਆਂ ਬਣਾ ਲਓ।
65 ਜਥੇਬੰਦੀਆਂ ਬਣਾ ਕੇ ਤੇ ਉਹਦੇ 130 ਬਣਾ ਦੋ ਲੀਡਰ ਤੇ ਉਹਨਾਂ ਦੇ ਪਿੱਛੇ ਪਿੱਛੇ ਝੰਡੇ ਫੜ ਕੇ ਤੁਰੇ ਫਿਰੋ ਤੇ ਜਿਹੜਾ ਉਹ ਫੈਸਲਾ ਕਰ ਦੇਣਗੇ ਉਹ ਫੈਸਲਾ ਮੰਨ ਕੇ ਉੱਠ ਕੇ ਘਰ ਨੂੰ ਚੱਲ ਜਿਓ। ਗੱਲ ਸਿਰਫ ਮੈਂ ਤੁਹਾਨੂੰ ਇਹ ਸਮਝਾਉਣੀ ਚਾਹੁੰਦਾ ਵਾਂ, ਗਧਿਓ ਜਿਹੜੇ ਗਧੇ ਵਿੱਚ ਕੁਝ ਗੱਲਬਾਤ ਗਲਤ ਕਰ ਜਾਂਦੇ ਆ ਜਿਨ੍ਹਾਂ ਨੂੰ ਕੋਈ ਅਕਲ ਤੋਂ ਕੰਮ ਨਹੀਂ ਲੈਂਦੇ, ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਵਾਂ ਕਿ ਲੋਕਾਂ ਦੀ ਪਾਰਟੀ, ਲੋਕਾਂ ਦੀ ਜਥੇਬੰਦੀ ਜਿਹੜੀ ਆ ਉਹਦੇ ਫੈਸਲੇ ਲੋਕ ਲੈਣ, ਉਹਨਾਂ ਦੇ ਫੈਸਲੇ ਲੋਕ ਲੈਣ, ਨਾ ਕਿ ਲੀਡਰ ਕੋਈ ਵੀ ਫੈਸਲਾ ਤੁਹਾਡੇ ਸਿਰ ਦੇ ਉੱਤੇ ਥੋਪ ਕੇ ਤੇ ਆਪ ਉੱਠ ਕੇ ਘਰ ਨੂੰ ਚੱਲ ਜੇ ਕੁਝ ਲੈ ਕੇ ਵੇਖ ਕੇ। ਉਹ ਭਰਾਵਾ ਮੈਨੂੰ ਤੁਹਾਡੀ ਗੱਲ ਨਹੀਂ ਸਮਝਿਆ, ਮੂਸੇ ਵਾਲਾ ਕੱਲਾ ਨਹੀਂ ਮੈਂ ਲਿਆਉਣ ਦੀ ਗੱਲ ਕਰਨ ਡਿਆ, ਮੈਂ ਸਾਰਿਆਂ ਲਿਆਉਣ ਦੀ ਗੱਲ ਕਰਨ ਡਿਆ, ਮੈਂ ਅਮਰਤ ਮਾਨ ਦੀ ਵੀ ਗੱਲ ਕਰਨ ਡਿਆ, ਮੈਂ ਬੱਬੂ ਮਾਨ ਦੀ ਵੀ ਗੱਲ ਕਰਨ ਡਿਆ ਵਾਂ, ਠੀਕ ਆ ਨਾ ਜੀ। ਤੇ ਬਾਕੀ ਵੀਰ ਮੇਰੇ ਚਲੋ ਹੁਣ ਦਿਓ ਆਗਿਆ, 3 ਮਿੰਟ ਰਹਿ ਗਏ ਆ ਬਸ ਤੁਰਨ ਦੇ ਵਿੱਚ ਤੇ ਆਪਾਂ ਤੁਰੀਏ, ਬਾਕੀ ਫਿਰ ਗੱਲਬਾਤ ਕਰਾਂਗੇ। ਸੰਦੀਪ ਨਾਗੀ ਕਰਦੇ ਆ ਕੱਲ ਨੂੰ ਗੱਲਬਾਤ ਕਰਦੇ ਆ ਕੁਝ ਮੈਂ ਆਰਡੀਨੈਂਸ ਬਾਰੇ ਜਿਹੜਾ ਵਾ ਉਹ ਮਤਲਬ ਵੀ ਥੋੜਾ ਜਿਹੀ ਹੋਰ ਜਾਣਕਾਰੀ ਲੈ ਲਾਂ, ਬਾਕੀ ਉਹਦੀਆਂ ਸ਼ਰਤਾਂ ਕੀ ਆ, ਕਿਉਂਕਿ 3-4 ਤੇ ਜਿਹੜੀਆਂ ਬਹੁਤ ਮਾਰੂ ਆ ਨਾ ਆਪਣੇ ਵਾਸਤੇ। ਠੀਕ ਆ ਜੀ, ਠੀਕ ਆ ਜੀ। ਇਹ ਗੱਲਾਂ ਸਾਰੀਆਂ ਮੈਨੂੰ ਆਰਡੀਨੈਂਸ ਦਾ ਕਿਸੇ ਦੇ ਕੋਲੋਂ ਮੰਗਾ ਲੈਣ ਦੋ ਤਰਜਮਾ, ਕਿਉਂਕਿ ਅੰਗਰੇਜ਼ੀ ਮੈਨੂੰ ਆਉਂਦੀ ਨਹੀਂ ਗੀ, ਪੜ੍ਹਨੀ ਆਉਂਦੀ ਪਰ ਉਹਦੇ ਮੈਨੂੰ ਮਤਲਬ ਵੀ ਪੜ੍ਹ ਮੈਂ ਅੰਗਰੇਜ਼ੀ ਲੈਂਦਾ ਵਾਂ ਬਟ ਉਹ ਮੈਨੂੰ ਨਾ ਆਉਂਦੇ ਨਹੀਂ, ਉਹਦੇ ਅਰਥ ਨਹੀਂ ਕਰਨੇ ਆਉਂਦੇ, ਜਿੱਦਾਂ ਅੱਗੇ ਮਤਲਬ ਵੀ ਟਰਾਂਸਲੇਟ ਕਰਨੀ ਨਾ ਪੰਜਾਬੀ 'ਚ ਉਹ ਨਹੀਂ ਸਮਝ ਆਉਂਦੀ, ਪੜ੍ਹ ਮੈਂ ਲੈਂਦਾ ਵਾਂ ਤੇ ਉਹ ਮੈਨੂੰ ਮੰਗਵਾ ਲੈਣ ਦੋ ਸਾਰੇ ਕਿਸੇ ਦੇ ਕੋਲੋਂ ਪੰਜਾਬੀ ਦੇ ਵਿੱਚ ਤਰਜਮਾ ਸਾਰਾ ਪੜ੍ਹ ਕੇ, ਫਿਰ ਉਹਦੀ ਜਿਹੜੀ ਕੱਲੀ ਕੱਲੀ ਗੱਲ ਵਾ ਉਹ ਕੱਲੀ ਕੱਲੀ ਗੱਲ ਆਪਾਂ ਪਾਵਾਂਗੇ, ਨਾਲ ਉਹਦਾ ਜਿਹੜਾ ਨੁਕਸਾਨ ਆ ਆਪਾਂ ਨੂੰ ਉਹ ਪਾਵਾਂਗੇ। ਤੇ ਕੁਲਵੰਤ ਸਿੰਘ ਤੂੰ ਇੰਨੀ ਗੱਲ ਜ਼ਰੂਰ ਕਰੀ, ਜੇ ਤੇਰੇ ਕੋਲੋਂ ਕੋਈ ਆਉਂਦਾ ਵਾ PDF ਤੇ ਉਹ ਲੈ ਕੇ ਤੇ ਕਾਰੀ ਵੀਰ ਮੇਰਾ, ਤੇ ਉਹਦਾ ਆਪਾਂ ਕਰਕੇ ਤੇ ਉਹਦੇ ਕੱਲੇ ਕੱਲੇ ਬਾਰੇ ਹੌਲੀ ਹੌਲੀ ਜਿਹੜਾ ਵਾ ਉਹ 2-4-10 ਦਿਨ ਦੇ ਵਿੱਚ ਲਿਖਾਂਗੇ ਵੀਰ ਆ, ਠੀਕ ਆ ਜੀ। ਤੇ ਆਗਿਆ ਦਿਓ ਵੀਰ ਮੇਰੇ, ਸਾਰੇ ਚੜ੍ਹਦੀਆਂ ਕਲਾ 'ਚ ਰਹੋ, ਬਾਕੀ ਕੋਸ਼ਿਸ਼ ਕਰੋ ਕਿ ਸਾਰੇ ਇੱਕ ਰਹੀਏ, ਸਾਰੇ ਕਿਸਾਨ ਭਰਾ ਇੱਕ ਰਹੀਏ। ਇੱਥੇ ਪਾਰਟੀਆਂ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ, ਜਦੋਂ ਤੁਸੀਂ ਆਪ ਇਮਾਨਦਾਰ ਹੋ ਜਾਂਦੇ ਹੋ, ਤੁਹਾਡਾ ਅੱਗੇ ਲੱਗਾ ਬੰਦਾ ਇਮਾਨਦਾਰ ਹੋ ਜਾਂਦਾ ਵਾ, ਉੱਥੇ ਪਾਰਟੀਆਂ ਕੁਝ ਨਹੀਂ ਕਰ ਸਕਦੀਆਂ ਜਦੋਂ ਤੁਹਾਡਾ ਅੱਗੇ ਤੋਰਿਆ ਆਗੂ ਇਮਾਨਦਾਰ ਆ, ਠੀਕ ਹੈ ਜੀ। ਤੇ ਆਪਾਂ ਇੱਕ ਇਮਾਨਦਾਰ ਲੋਕ ਲੱਭਣੇ ਆ, ਸਾਨੂੰ ਕੋਈ ਮਤਲਬ ਵੀ ਏਡਾ ਡਰ ਨਹੀਂ ਹੈਗਾ ਕਿਸੇ ਦਾ ਵੀ ਅਸੀਂ ਇੱਕ ਇਮਾਨਦਾਰ ਆਗੂ ਨਾ ਚੁਣ ਸਕੀਏ। ਹਰੇਕ ਵਾਰੀ ਇੱਕ ਇਮਾਨਦਾਰ ਆਗੂ ਲੱਭ ਕੇ ਅੱਗੇ ਲਾ ਦੋ ਤੇ ਕੁਝ ਨਾ ਕੁਝ ਪੱਲੇ ਜ਼ਰੂਰ ਪਊਗਾ, ਠੀਕ ਹੈ ਜੀ। ਤੇ ਜੇ ਨਹੀਂ ਆਪਾਂ ਇਹ ਕੁਝ ਕਰਦੇ ਤਾਂ ਫਿਰ ਜੋ ਕੁਝ ਆਪਣੇ ਨਾਲ ਹੋਣ ਡਿਆ ਵਾ ਇਹ ਤੋਂ ਬਹੁਤ ਜ਼ਿਆਦਾ ਬੁਰਾ ਹੋਣਾ ਵਾ, ਠੀਕ ਹੈ ਜੀ। ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ, ਬਾਕੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇਸ ਆਪਾਂ ਨੂੰ ਸੱਚੇ ਪਾਤਸ਼ਾਹ ਇਹ ਔਖੀ ਘੜੀ ਦੇ ਵਿੱਚੋਂ ਵੀ ਕੱਢੇ। ਬਾਕੀ ਆਪਣੀ ਜਿਹੜੀ ਕੌਮ ਆ ਭੀੜਾਂ ਦੇ ਉੱਤੇ ਪੈਂਦੀਆਂ ਹੀ ਰਹੀਆਂ ਵਾ। ਬਾਕੀ ਜਿਹੜੀ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਕੁਝ ਲੋਕ ਕਹਿੰਦੇ ਆ ਕਿ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਦੇ, ਬਟ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਵੀ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ, ਖਾਲਿਸਤਾਨ ਦੀ ਲੋੜ ਹੋਣੀ ਚਾਹੀਦੀ। ਜਦੋਂ ਲੋੜ ਬਣ ਜੂਗੀ ਨਾ, ਜਦੋਂ ਆਪਾਂ ਕਈ ਵਾਰੀ ਹੁੰਦੇ ਨਾ ਘਰ ਦੇ ਵਿੱਚ, ਕਈ ਵਾਰੀ ਆਪਾਂ ਕਹਿੰਦੇ ਆ ਵੀ ਮੰਨ ਲਓ ਇੱਕ ਨਿੱਕੀ ਜਿਹੀ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ ਮੈਂ, ਪਹਿਲਾਂ ਜਦੋਂ ਘਰ ਦੇ ਵਿੱਚ ਕਈ ਵਾਰੀ ਹੁੰਦੀ ਨਾ ਹਲ ਦੀ ਲੋੜ ਪੈਂਦੀ ਆ, ਪੈਲੀ ਪੁੱਟਣ ਲਈ ਹਲ ਦੀ ਲੋੜ ਪੈਂਦੀ ਆ, ਤੇ ਕਈ ਵਾਰੀ ਆਪਾਂ ਇੱਧਰ ਉੱਧਰੋਂ ਸਾਰ ਲੈਂਦੇ ਆ, ਫਿਰ ਉਹ ਲੋੜ ਜਿਹੜੀ ਦੀ ਮਜਬੂਰੀ ਬਣ ਜਾਂਦੀ ਆ, ਕਿਉਂਕਿ ਦੂਜਾ ਬੰਦਾ ਸਾਨੂੰ ਉਹ ਚੀਜ਼ ਨਹੀਂ ਦਿੰਦਾ, ਫਿਰ ਉਹ ਜਿਹੜੀ ਹੱਲ ਹੁੰਦੀ ਆ ਨਾ ਉਹ ਸਾਡੀ ਮਜਬੂਰੀ ਬਣ ਜਾਂਦੀ, ਫਿਰ ਅਸੀਂ ਹੱਲ ਲੈ ਕੇ ਆਉਂਦੇ ਆ। ਉਹ ਹੱਲ ਲਿਆਉਣ ਦੀ ਜਦੋਂ ਮਜਬੂਰੀ ਬਣ ਜੂਗੀ ਨਾ ਉਦੋਂ ਸਾਨੂੰ ਉਹ ਚੀਜ਼ ਲੈਣੀ ਪੈਣੀ ਆ। ਤੇ ਜਿਹੜੀ ਰਹੀ ਗੱਲ ਖਾਲਿਸਤਾਨ ਦੀ, ਜਦੋਂ ਹਾਲਾਤ ਹੀ ਸਾਡੇ ਇਹਨਾਂ ਨੇ ਇੰਡੇ ਮਾੜੇ ਕਰ ਦਿੱਤੇ, ਖਾਲਿਸਤਾਨ ਦੀ ਲੋੜ ਬਣ ਜਾਣੀ ਆ, ਮੰਗ ਤੋਂ ਲੋੜ ਬਣ ਜਾਣੀ ਆ। ਤੇ ਜਿਹੜੀ ਲੋੜ ਵਾ ਉਹ ਜਦੋਂ ਮਜਬੂਰੀ ਬਣ ਗਈ ਉਦੋਂ ਸਾਰਿਆਂ ਨੇ ਮੰਗਣਾ ਵਾ, ਇੱਕ ਨੇ ਨਹੀਂ ਮੰਗਣਾ ਫਿਰ, ਠੀਕ ਹੈ ਨਾ। ਇਸ ਕਰਕੇ ਜਿਹੜੀ ਜ਼ਿਆਦੀ ਚਿੰਤਾ ਨਾ ਕਰਿਆ ਕਰੋ ਕੌਣ ਖਾਲਿਸਤਾਨ ਦੀ ਗੱਲ ਕਰਦਾ ਵਾ ਕੌਣ ਨਹੀਂ ਕਰਦਾ, ਇਹ ਇਹਨਾਂ ਨੇ ਲੋਕਾਂ ਨੇ ਆਪ ਹੀ ਗੱਲ ਕਰਨੀ ਹੈ ਖਾਲਿਸਤਾਨ ਦੀ। ਤੁਹਾਨੂੰ ਕਿਸੇ ਨੂੰ ਕਹਿਣ ਦੀ ਗੱਲ ਦੀ ਲੋੜ ਨਹੀਂ ਪੈਣੀ, ਤੁਹਾਨੂੰ ਇਹ ਨਹੀਂ ਕਹਿਣਾ ਪਊਗਾ ਤੁਹਾਨੂੰ ਕਿਸੇ ਨੂੰ ਵੀ ਤੂੰ ਖਾਲਿਸਤਾਨ ਦੀ ਗੱਲ ਨਹੀਂ ਕਰਦਾ। ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਜਦੋਂ ਮਰਦਾ ਵਾ ਨਾ, ਜੋ ਕਹਿੰਦੇ ਹੁੰਦੇ ਆ ਵੀ
ਮਰਦੇ ਬੰਦੇ ਨੂੰ ਕਈ ਵਾਰੀ ਜਿਹੜਾ ਹੁੰਦਾ ਉਹ ਧਤੂਰਾ ਚੱਬਣਾ ਹੀ ਪੈਂਦਾ, ਕਈ ਵਾਰੀ ਜਿਹਨੂੰ ਕਿ ਹੋਵੇ ਨਾ ਵੀ ਧਤੂਰਾ ਹੀ ਹੈ ਇਹ, ਤੇ ਇਹਦੇ ਨਾਲ ਹੀ ਬਚਿਆ ਜਾਣਾ ਵਾ ਮੇਰੇ ਕੋਲੋਂ, ਹੋਰ ਕੋਈ ਮਤਲਬ ਵੀ ਮੇਰੇ ਕੋਲ ਚੋਇਸ ਹੀ ਹੈ ਨਹੀਂ ਗੀ। ਇਸ ਕਰਕੇ ਜਿਹੜੀ ਗੱਲਬਾਤ ਆ ਉਹ ਹੌਲੀ ਹੌਲੀ ਸਾਰਿਆਂ ਨੇ ਉਹ ਗੱਲ ਬਣ ਜਾਣੀ ਆ। ਜਦੋਂ ਤੁਹਾਨੂੰ ਲੱਗਾ ਵੀ ਸਾਡਾ ਸਾਹ ਘੁੱਟਣ ਡਿਆ, ਜਦੋਂ ਪਤਾ ਲੱਗਾ ਵੀ ਸਾਡੀ ਧੌਣ ਦੇ ਉੱਤੇ ਗੋਡਾ ਆ ਗਿਆ ਵਾ, ਜਦੋਂ ਸਾਹ ਲੈਣਾ ਔਖੇ ਹੋ ਜਾਂਦੇ ਆ ਨਾ, ਉਦੋਂ ਫਿਰ ਉਹ ਗੋਡੇ ਨੂੰ ਔਖਾ ਸੌਖਾ ਤੁਸੀਂ ਤਾਂ ਕਰਨਾ ਹੀ ਕਰਨਾ ਵਾ, ਠੀਕ ਹੈ। ਤੇ ਇਸ ਕਰਕੇ ਸਮਝਿਆ ਕਰੋ ਗੱਲ ਨੂੰ ਸਾਰੀ ਨੂੰ, ਹਰੇਕ ਚੀਜ਼ ਦਾ ਸਮਾਂ ਹੁੰਦਾ ਵਾ ਤੇ ਸਮੇਂ ਅਨੁਸਾਰ ਉਹ ਚੀਜ਼ ਪ੍ਰਮਾਤਮਾ ਨੇ ਆਪੇ ਜਿਹੜੀ ਆ ਉਹ ਅੱਗੇ ਕਰ ਦੇਣੀ ਹੁੰਦੀ ਹੈ। ਚਲੋ ਆਗਿਆ ਦਿਓ, ਤੁਰੀਏ ਹੁਣ, ਚੱਲੀਏ, ਕਰੀਏ ਕੰਮਕਾਰ ਥੋੜਾ ਬਹੁਤਾ, ਤੇ ਮਿਲਦੇ ਆ ਫਿਰ ਕੱਲ ਪਰਸੋਂ ਤੱਕ। ਕੁਝ ਆਰਡੀਨੈਂਸ ਦੀਆਂ ਕੁਝ ਗੱਲਾਂ ਬਾਤਾਂ ਕੁਲਵੰਤ ਸਿੰਘ ਨੂੰ ਕਿਹਾ ਵਾ, ਕੁਲਵੰਤ ਸਿੰਘ ਕਰਕੇ ਦਊਗਾ ਆਪਾਂ ਨੂੰ ਉਹਦਾ ਤਰਜਮਾ, ਤੇ ਆਪਾਂ ਜਿਹੜਾ ਵਾ ਉਹ ਤੁਹਾਡੇ ਸਾਹਮਣੇ ਜਿਹੜਾ ਵਾ ਉਹ ਇੱਕ ਸਟੈਪ ਬਾਈ ਸਟੈਪ ਥੋੜਾ ਥੋੜਾ ਪਾ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀ ਸਾਰਿਆਂ ਨੂੰ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।